हाँ जी स्टूडेंट। तो मैं ਤੁਹਾਡਾ ਸਾਡੇ YouTube ਚੈਨਲ GSY ਕ੍ਰਿਸ਼ਨ ਯਾਦਵ ਤੇ ਸਵਾਗਤ ਕਰਦਾ ਹਾਂ। ਤੇ ਜਿਹੜੀ ਆਪਾਂ ਅੱਜ ਦੀ ਕਲਾਸ ਕਰਨ ਜਾ ਰਹੇ ਹਾਂ ਤਾਂ ਇਹ ਕੋਈ ਪਾਰਟਿਕੂਲਰ ਕੋਈ ਸਬਜੈਕਟ ਦੀ ਕਲਾਸ ਨਹੀਂ ਹੈਗੀ। ਇਹ ਲੈਕਚਰਰ ਦਾ ਪੇਪਰ ਹੈ ਜਿਹੜਾ 2015 ਵਿੱਚ ਹੋਇਆ ਸੀ। ਲੈਕਚਰਰ 600 ਕੁਛ ਪੋਸਟਾਂ ਆਈਆਂ ਸੀ ਇਹਦੇ ਵਿੱਚ ਤੇ ਹਿਸਟਰੀ ਦਾ ਪੋਰਸ਼ਨ ਹੈ ਇਹ। ਮੈਂ ਤੁਹਾਨੂੰ ਪਹਿਲਾਂ ਪੋਲੀਟੀਕਲ ਸਾਇੰਸ ਦਾ ਪੋਰਸ਼ਨ ਕਰਵਾ ਚੁੱਕਿਆ ਹੈਗਾ ਤੇ ਤੁਸੀਂ ਉਹ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋਗੇ। ਲਾਸਟ ਵੀਡੀਓ ਚੈੱਕ ਕਰ ਲਿਓ ਤੁਸੀਂ ਇਸ ਚੈਨਲ ਦੇ ਉੱਪਰ। ਤੇ ਪੋਲੀਟੀਕਲ ਸਾਇੰਸ ਦਾ ਅਸੀਂ ਪਾਰਟ 1 ਤੇ ਪਾਰਟ 2 ਦੇ ਵਿੱਚ ਜਿਹੜਾ 150 ਕੁਐਸਚਨ ਸੀਗੇ ਇਹਨੂੰ ਆਪਾਂ ਕੀਤਾ ਸੀਗਾ। ਤੇ ਅੱਜ ਆਪਾਂ ਕਰਾਂਗੇ ਜੀ ਹਿਸਟਰੀ ਦਾ ਪੋਰਸ਼ਨ। ਠੀਕ ਹੈ, ਹਿਸਟਰੀ ਦਾ ਪੋਰਸ਼ਨ ਕਰਾਂਗੇ ਇਹਦੇ ਵਿੱਚ। ਤੇ 150 ਕੁਐਸਚਨ ਨੇ ਤੇ ਇਹਨੂੰ ਆਪਾਂ ਅੱਜ 75 ਦਾ ਕੁਐਸਚਨ ਹੈ, ਇਹਨੂੰ ਦੋ ਸਲੋਟ ਦੇ ਵਿੱਚ ਵੰਡ ਕੇ ਕਰਾਂਗੇ। ਤਾਂ ਅੱਜ ਆਪਾਂ ਜਿਹੜਾ ਪਾਰਟ 1 ਅੱਜ ਕਰਨ ਜਾ ਰਹੇ ਹਾਂ। ਠੀਕ ਹੈ, ਤੇ ਜਿਵੇਂ ਗੌਰਮੈਂਟ ਨੇ ਐਲਾਨ ਕੀਤਾ ਵੀ 5000 ਪੋਸਟਾਂ ਜਿਹੜੀਆਂ ਆ ਰਹੀਆਂ ਨੇ ਜਾਂ ਇਸ ਤੋਂ ਵੀ ਜ਼ਿਆਦਾ ਆ ਸਕਦੀਆਂ ਨੇ ਪੋਸਟਾਂ, ਤਾਂ ਪੋਸੀਬਿਲਿਟੀ ਇਹ ਵੀ ਹੈਗੀ ਵੀ ਲੈਕਚਰਰ ਦੀ ਪੋਸਟਾਂ ਵੀ ਆ ਸਕਦੀਆਂ ਨੇਗੀਆਂ। ਹੁਣ ਤੁਸੀਂ ਦੇਖੋ ਵੀ ਜਿਹੜਾ ਮਾਸਟਰ ਗੇਟ ਦਾ ਪੇਪਰ ਹੋਇਆ ਸੀ ਲਾਸਟ 9 ਜਨਵਰੀ ਨੂੰ ਹੋਇਆ ਸੀ ਪੇਪਰ, ਤੇ ਇਹਦੇ ਵਿੱਚ ਬਹੁਤ ਸਾਰੇ ਕੁਐਸਚਨ ਇਸ ਤਰ੍ਹਾਂ ਦੇ ਸੀਗੇ ਜਿਹੜੇ ਲੈਕਚਰਰ ਦੇ ਪੇਪਰ ਦੇ ਵਿੱਚੋਂ ਤੇ ਮਾਸਟਰ ਗੇਟ ਦੇ ਪੇਪਰਾਂ ਦੇ ਵਿੱਚੋਂ ਡਾਇਰੈਕਟ ਕੁਐਸਚਨ ਪੁੱਛੇ ਗਏ ਸੀਗੇ। ਤਾਂ ਕਾਫੀ ਪੋਸੀਬਿਲਿਟੀ ਬਣ ਜਾਂਦੀ ਹੈ ਵੀ ਕਈ ਵਾਰੀ ਕੀ ਕਰਦਾ ਐਗਜ਼ਾਮਿਨਰ ਜਿਹੜਾ ਹੁੰਦਾ ਉਹ ਲਾਸਟ ਜਿਹੜਾ ਪੇਪਰ ਹੈਗਾ ਉਹਨੂੰ ਚੱਕ ਕੇ ਕੁਐਸਚਨ ਜਿਹੜਾ ਬਣਾ ਦਿੰਦਾ ਹੁੰਦਾ ਹੈ, ਜਾਂ ਫਿਰ ਉਹਦੇ ਆਧਾਰ ਦੇ ਉੱਪਰ ਕੋਈ ਹੋਰ ਕੁਐਸਚਨ ਉਹਦੇ ਨਾਲ ਮਿਲਦਾ ਜਦੋਂ ਕੁਐਸਚਨ ਵੀ ਬਣਾਇਆ ਜਾ ਸਕਦਾ ਹੁੰਦਾ ਹੈਗਾ। ਠੀਕ ਹੈ ਜੀ, ਤਾਂ ਇਸ ਕਰਕੇ ਪੁਰਾਣੇ ਪੇਪਰ ਜਿਹੜਾ ਤੁਸੀਂ ਕੋਈ ਵੀ ਪੜ੍ਹਦੇ ਹੁੰਦੇ ਹੋ ਤਾਂ ਇਹ ਕਾਫੀ ਇੰਪੋਰਟੈਂਟ ਹੈਗਾ, ਤੁਹਾਡੇ ਵਾਸਤੇ ਹੋ ਜਾਂਦਾ ਹੈਗਾ। ਇੱਕ ਤਾਂ ਸਾਨੂੰ ਇੱਕ ਪੇਪਰ ਪੈਟਰਨ ਬਾਰੇ ਪਤਾ ਲੱਗ ਜਾਂਦਾ ਹੈ ਤੇ ਕਈ ਵਾਰੀ ਕੁਐਸਚਨ ਐਜ਼ ਇਟ ਇਜ਼ ਵੀ ਪੁੱਛ ਲਿਆ ਜਾਂਦਾ ਹੁੰਦਾ ਹੈਗਾ। ਜੇ ਤੁਸੀਂ ਇਹਦੀ PDF ਫਾਈਲ ਲੈਣਾ ਚਾਹੁੰਦੇ ਹੋਗੇ ਤਾਂ ਮੈਂ ਤੁਹਾਨੂੰ WhatsApp ਕਰ ਦੂੰਗਾ। ਤੁਸੀਂ ਮੈਨੂੰ 869997 00784 ਠੀਕ ਹੈ, ਤੁਸੀਂ ਮੈਨੂੰ ਇਸ ਨੰਬਰ ਦੇ ਉੱਪਰ WhatsApp ਕਰ ਦਿਓ ਆਪਣਾ ਨਾਮ ਲਿਖ ਕੇ। ਠੀਕ ਹੈ, ਆਪਣਾ ਨਾਮ ਲਿਖ ਦਿਓ ਤੇ ਆਪਣਾ ਜਿਹੜਾ ਸਿਟੀ ਹੈ ਤੁਸੀਂ ਉਹ ਦੱਸ ਦਿਓ। ਠੀਕ ਹੈ, ਤੁਸੀਂ ਕਾਰਨ ਦੱਸ ਦਿਓ ਵੀ ਅਸੀਂ ਮੈਸੇਜ ਕਿਉਂ ਕੀਤਾ ਹੈ, ਵੀ ਅਸੀਂ ਹਿਸਟਰੀ ਦਾ ਪੇਪਰ ਲੈਣਾ ਹੈ ਜਾਂ ਅਸੀਂ ਪੋਲੀਟੀਕਲ ਸਾਇੰਸ ਦਾ ਜਿਹੜਾ ਪੇਪਰ ਇਹ ਲੈਣਾ। ਤਾਂ ਮੈਂ ਤੁਹਾਨੂੰ ਉਹ ਤੁਹਾਨੂੰ ਮੈਂ WhatsApp ਕਰ ਦੂੰਗਾ ਫਿਰ ਇਹ। ਠੀਕ ਹੈ ਜੀ, ਜੇ ਤੁਸੀਂ ਪੇਪਰ ਲੈਣਾ। ਚਲੋ ਆਪਾਂ ਦੇਰ ਨਾ ਕਰਦੇ ਸ਼ੁਰੂਆਤ ਕਰਦੇ ਹੈਗੇ। ਤਾਂ ਦੇਖੋ ਫਸਟ ਕੁਐਸਚਨ ਦੇਖੋ ਜੀ ਕੀ ਹੈ ਹਿਸਟਰੀ ਦਾ ਲੈਕਚਰਰ ਦਾ ਪੇਪਰ। ਪੰਜਾਬੀ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ? ਠੀਕ ਹੈ ਜੀ, ਹੁਣ ਸਾਨੂੰ ਪਤਾ ਹੀ ਜਿਹੜਾ ਪੰਜਾਬੀ ਜਿਹੜਾ ਸ਼ਬਦ ਹੈਗਾ ਜਾਂ ਪੰਜਾਬ ਸ਼ਬਦ ਹੈ ਵੈਸੇ ਇਹ। ਠੀਕ ਹੈ, ਪੰਜਾਬੀ ਸ਼ਬਦ ਨਹੀਂ ਆਉਣਾ ਸੀ ਤੇ ਪੰਜਾਬ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ? ਠੀਕ ਹੈ, ਤੇ ਇਹ ਆਉਣਾ ਸੀ ਜੀ ਫਾਰਸੀ ਭਾਸ਼ਾ ਤੋਂ। ਇੱਥੇ ਪਾਰਸੀ ਲਿਖਿਆ ਇਹਨਾਂ ਨੇ, ਕਈ ਸ਼ਬਦਾਂ ਦੀ ਮਿਸਟੇਕ ਕੀਤੀ ਗਈ ਇੱਥੇ। ਠੀਕ ਹੈ, ਪਰਸ਼ੀਅਨ ਲੈਂਗੁਏਜ ਇੰਗਲਿਸ਼ ਦੇ ਵਿੱਚ ਠੀਕ ਹੈਗਾ। ਠੀਕ ਹੈ, ਤਾਂ ਇਹਦਾ ਆਨਸਰ ਆਊਗਾ ਜੀ B ਆਨਸਰ। ਪੈਂਟੋਪਟਾਮੀਆ ਦੂਸਰਾ ਨਾਮ ਸੀ, ਕਿਸ ਦਾ ਦੂਸਰਾ ਨਾਮ ਸੀਗਾ? ਪੈਂਟੋਪਟਾਮੀਆ ਸਾਨੂੰ ਪਤਾ ਵੀ ਪ੍ਰਾਚੀਨ ਕਾਲ ਦੇ ਵਿੱਚ ਪੰਜਾਬ ਨੂੰ ਪੈਂਟੋਪਟਾਮੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਨੈਕਸਟ ਹੈ ਜੀ 3rd ਨੰਬਰ ਕੁਐਸਚਨ ਦੇਖੋ, ਆਦਿ ਗ੍ਰੰਥ ਦਾ ਸੰਕਲਨ ਕਿਸਨੇ ਕੀਤਾ ਸੀ? ਆਦਿ ਗ੍ਰੰਥ ਦਾ ਸੰਕਲਨ ਕਿਹਨੇ ਕੀਤਾ ਸੀਗਾ? ਆਦਿ ਗ੍ਰੰਥ ਜਿਹੜਾ ਹੈ 1604 ਦੇ ਵਿੱਚ ਜਿਹੜਾ ਸੀ ਲਿਖਿਆ ਗਿਆ ਸੀਗਾ ਤੇ ਇਹਦਾ ਸੰਕਲਨ ਕਰਵਾਇਆ ਸੀਗਾ, ਇਹਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ। ਤਾਂ 3rd ਦਾ ਬਣ ਜਾਊਗਾ ਜੀ C ਆਨਸਰ। ਨੈਕਸਟ ਹੈ ਜੀ 4th ਨੰਬਰ ਕੁਐਸਚਨ ਦੇਖੋ, ਆਦਿ ਗ੍ਰੰਥ ਵਿੱਚ ਸਭ ਤੋਂ ਜ਼ਿਆਦਾ ਸ਼ਲੋਕ ਕਿਸ ਦੇ ਹਨ? ਆਦਿ ਗ੍ਰੰਥ ਵਿੱਚ ਸਭ ਤੋਂ ਜ਼ਿਆਦਾ ਸ਼ਲੋਕ ਕਿਸ ਦੇ ਹਨ? ਤਾਂ ਇਹ ਹਨ ਜੀ ਗੁਰੂ ਅਰਜਨ ਦੇਵ ਜੀ ਦੇ। ਤਾਂ ਇਹਦਾ ਆਨਸਰ ਬਣ ਜਾਊਗਾ ਜੀ C ਆਨਸਰ। ਨੈਕਸਟ ਹੈ ਜੀ 5 ਨੰਬਰ ਕੁਐਸਚਨ, ਬਾਬਾ ਫਰੀਦ ਇਸ ਸ਼ਹਿਰ ਨਾਲ ਸੰਬੰਧ ਰੱਖਦੇ ਸਨ? ਬਾਬਾ ਫਰੀਦ ਇਸ ਸ਼ਹਿਰ ਨਾਲ ਸੰਬੰਧ ਰੱਖਦੇ ਸਨ ਤਾਂ ਉਹ ਹੋਊਗਾ ਜੀ D ਆਨਸਰ ਪਾਕਪਟਨ ਦੇ ਨਾਲ ਸੰਬੰਧ ਰੱਖਦੇ ਸਨ ਜੀ। ਠੀਕ ਹੈ, ਨੈਕਸਟ ਹੈ ਜੀ 6 ਨੰਬਰ ਕੁਐਸਚਨ ਦੇਖੋ, ਭਗਤ ਜੈਦੇਵ ਸੰਬੰਧਿਤ ਸਨ ਕਿਹਦੇ ਨਾਲ ਸੰਬੰਧਿਤ ਸਨ? ਬਨਾਰਸ ਨਾਲ ਜਾਂ ਬੰਗਾਲ ਨਾਲ? ਤੇ ਇਹਦਾ ਆਨਸਰ ਆਊਗਾ ਜੀ ਬੰਗਾਲ ਤੋਂ ਸੀਗੇ ਜੀ ਭਗਤ ਜੈਦੇਵ ਸੀਗੇ। ਤਾਂ ਇਹਦਾ ਆਨਸਰ ਬਣੂਗਾ ਜੀ 6 ਨੰਬਰ ਦਾ B ਆਨਸਰ। ਨੈਕਸਟ ਹੈ 7 ਨੰਬਰ ਕੁਐਸਚਨ ਦੇਖੋ, ਪੋਠੋਹਾਰ, ਜਿੱਥੇ ਪੋਠੋਹਾਰੀ ਭਾਸ਼ਾ ਬੋਲੀ ਜਾਂਦੀ ਹੈ, ਪੋਠੋਹਾਰ ਦਾ ਇਲਾਕਾ ਡੈਸ਼ ਦੇ ਦੁਆਲੇ ਦਾ ਇਲਾਕਾ ਹੈ ਤਾਂ ਕਿੱਥੋਂ ਦਾ ਜੀ ਇਹ? ਤਾਂ ਇਹਦਾ ਆਨਸਰ ਆਊਗਾ ਜੀ C ਆਨਸਰ, ਰਾਵਲਪਿੰਡੀ ਤੇ ਜੇਹਲਮ ਦਾ ਇਲਾਕਾ ਇਹ, ਰਾਵਲਪਿੰਡੀ ਐਂਡ ਜੇਹਲਮ ਦਾ ਪਾਕਿਸਤਾਨ ਦੇ ਵਿੱਚ ਇਹ। ਠੀਕ ਹੈ, ਇਸ ਏਰੀਆ 'ਚ ਪੋਠੋਹਾਰੀ ਭਾਸ਼ਾ ਬੋਲੀ ਜਾਂਦੀ ਹੈ। ਤਾਂ 7 ਨੰਬਰ ਦਾ ਆ ਜਾਊਗਾ ਜੀ C ਆਨਸਰ। ਨੈਕਸਟ ਦੇਖੋ ਜੀ 8th ਨੰਬਰ ਕੁਐਸਚਨ, ਗੁਰੂ ਨਾਨਕ ਦੇਵ ਜੀ ਬਟਾਲੇ ਨਾਲ ਇਸ ਮੌਕੇ ਕਰਕੇ ਜੁੜੇ ਸਨ? ਮਤਲਬ ਉਹਨਾਂ ਦਾ ਬਟਾਲੇ ਨਾਲ ਕੀ ਸੰਬੰਧ ਸੀਗਾ? ਠੀਕ ਹੈ, ਸਾਨੂੰ ਪਤਾ ਵੀ ਉਹ ਬਟਾਲੇ ਉਹਨਾਂ ਦੀ ਕੀ ਹੋਈ ਸੀ? ਮੈਰਿਜ ਹੋਈ ਸੀ, ਵਿਆਹ ਹੋਇਆ ਸੀ, ਤਾਂ ਵਿਆਹ ਕਰਕੇ ਉਹ ਜੁੜੇ ਹੋਏ ਸੀਗੇ। ਨੈਕਸਟ ਹੈ ਜੀ 9 ਨੰਬਰ ਕੁਐਸਚਨ ਦੇਖੋ, ਗੁਰੂ ਨਾਨਕ ਦੇਵ ਜੀ ਨੇ ਨੌਕਰੀ ਕੀਤੀ ਸੀ ਕਿੱਥੇ ਕੀਤੀ ਸੀਗੀ? ਸਾਨੂੰ ਸਭ ਨੂੰ ਪਤਾ ਹੈ ਜੀ ਕਿੱਥੇ ਕੀਤੀ ਸੀ, ਬਿਲਕੁਲ ਸਿੰਪਲ ਕੁਐਸਚਨ ਹੈ ਜੀ ਇਹ। ਤਾਂ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਨੌਕਰੀ ਕੀਤੀ ਸੀ ਆਪਣੇ ਜੀਜਾ ਜੀ ਕੋਲੇ। ਨੈਕਸਟ ਹੈ ਜੀ ਦੌਲਤ ਰਾਮ ਦੇ ਕਾਰਖਾਨੇ ਦੇ ਵਿੱਚ। ਨੈਕਸਟ ਹੈ ਜੀ 10th ਨੰਬਰ ਕੁਐਸਚਨ, ਗੁਰੂ ਗੱਦੀ ਤੇ ਬੈਠਣ ਤੋਂ ਪਹਿਲਾਂ ਲਹਿਣਾ ਕਿਸ ਗੁਰੂ ਦਾ ਨਾਮ ਸੀ? ਭਾਈ ਲਹਿਣਾ ਕਿਸ ਗੁਰੂ ਨੂੰ ਕਿਹਾ ਜਾਂਦਾ ਸੀ? ਤਾਂ ਭਾਈ ਲਹਿਣਾ ਕਿਹਾ ਜਾਂਦਾ ਸੀ ਗੁਰੂ ਅੰਗਦ ਦੇਵ ਜੀ ਨੂੰ। ਗੁਰੂ ਅੰਗਦ ਦੇਵ ਜੀ ਦਾ ਨਾਮ ਭਾਈ ਲਹਿਣਾ ਸੀ, ਜਿਹੜਾ ਬਾਅਦ ਦੇ ਵਿੱਚ ਬਦਲ ਕੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਰੱਖ ਦਿੱਤਾ ਸੀ।
ਨੈਕਸਟ ਹੈ ਜੀ 11 ਨੰਬਰ ਕੁਐਸਚਨ ਦੇਖੋ, ਸ਼੍ਰੀ ਚੰਦ ਦੇ ਅਨੁਯਾਈ। ਸ਼੍ਰੀ ਚੰਦ ਕੌਣ ਸੀਗੇ ਜੀ? ਸ਼੍ਰੀ ਚੰਦ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸੀਗੇ। ਸ਼੍ਰੀ ਚੰਦ ਦੇ ਅਨੁਯਾਈ ਜ਼ਿਆਦਾਤਰ ਜਾਣੇ ਜਾਂਦੇ ਹਨ। ਤਾਂ ਕਿਸ ਸੰਪਰਦਾਇ ਦੀ ਸਥਾਪਨਾ ਕੀਤੀ ਸੀ ਬਾਬਾ ਸ਼੍ਰੀ ਚੰਦ ਨੇ? ਤਾਂ ਉਹ ਕੀਤੀ ਸੀ ਉਦਾਸੀ ਸੰਪਰਦਾਇ ਦੀ ਸਥਾਪਨਾ। ਤੇ ਇਹਦਾ ਆਨਸਰ ਆ ਜਾਊਗਾ ਜੀ ਬੀ ਆਨਸਰ। ਨੈਕਸਟ ਹੈ ਜੀ 12 ਨੰਬਰ ਕੁਐਸਚਨ ਦੇਖੋ, 12 ਨੰਬਰ ਕੁਐਸਚਨ ਦੇ ਵਿੱਚ ਕੀ ਹੈ ਜੀ? ਕਿਹੜੇ ਗੁਰੂ ਗੋਇੰਦਵਾਲ ਵਿਖੇ ਮਤਲਬ ਵਸ ਗਏ ਸੀਗੇ ਜਾਂ ਵਸੇ ਹੋਏ ਸਨ? ਠੀਕ ਹੈ, ਤੇ ਇਹਦਾ ਆਨਸਰ ਆਊਗਾ ਜੀ ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਦੇ ਵਿੱਚ ਸੀਗੇ। ਠੀਕ ਹੈ, ਤੇ ਨੈਕਸਟ ਹੈ ਜੀ 13 ਨੰਬਰ ਕੁਐਸਚਨ, ਗੁਰੂ ਦਾ ਚੱਕ, ਠੀਕ ਹੈ, ਜਾਂ ਚੱਕ ਰਾਮਦਾਸਪੁਰ, ਠੀਕ ਹੈ, ਜਾਂ ਗੁਰੂ का ਚੱਕ ਰਾਮਦਾਸ, ਠੀਕ ਹੈ, ਇਹ ਕਈ ਨਾਮ ਨੇਗੇ। ਤਾਂ ਇਹ ਚੱਕ, ਗੁਰੂ का ਚੱਕ ਪੁਰਾਣਾ ਨਾਮ ਹੈ, ਕਿਸ ਦਾ ਨਾਮ ਹੈ? ਤਾਂ ਇਹਦਾ ਆਨਸਰ ਬਿਲਕੁਲ ਸਿੰਪਲ ਹੈ ਜੀ, ਤਾਂ ਇਹਦਾ ਆਨਸਰ ਹੋਊਗਾ ਜੀ ਬੀ। ਤਾਂ ਬੀ ਆਨਸਰ ਆ ਗਿਆ ਜੀ ਇਹਦਾ 13 ਨੰਬਰ ਦਾ ਬੀ ਆਨਸਰ। ਨੈਕਸਟ ਹੈ ਜੀ 14 ਨੰਬਰ, ਹਰਮੰਦਰ ਸਾਹਿਬ ਦਾ ਨੀਂਹ ਪੱਥਰ ਕਿਸ ਨੇ ਰੱਖਿਆ ਸੀ? ਕਾਫੀ ਫੇਮਸ ਕੁਐਸਚਨ ਹੈ ਇਹ। ਹਰਮੰਦਰ ਸਾਹਿਬ ਦਾ ਨੀਂਹ ਪੱਥਰ ਕਿਸ ਨੇ ਰੱਖਿਆ ਸੀ? ਤੇ ਇਹਦਾ ਆਨਸਰ ਹੋਊਗਾ ਜੀ ਡੀ, ਸਾਈਂ ਮੀਆਂ ਮੀਰ ਨੇ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ 1599 ਦੇ ਵਿੱਚ। ਨੈਕਸਟ ਹੈ ਜੀ 15 ਨੰਬਰ ਕੁਐਸਚਨ ਦੇਖੋ, 15 ਨੰਬਰ ਕੁਐਸਚਨ, ਆਦਿ ਗ੍ਰੰਥ ਦਾ ਪਹਿਲਾ ਗ੍ਰੰਥੀ ਕੌਣ ਸੀ? ਜਾਂ ਕਈ ਵਾਰੀ ਵੀ ਕੁਐਸਚਨ ਆ ਸਕਦਾ ਵੀ ਆਦਿ ਗ੍ਰੰਥ ਦੀ ਜਗ੍ਹਾ ਤੁਹਾਨੂੰ ਪੁੱਛ ਲਿਆ ਵੀ ਹਰਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਕੌਣ ਸੀਗਾ? ਠੀਕ ਹੈ, ਹਰਮੰਦਰ ਸਾਹਿਬ ਵੀ ਆ ਸਕਦਾ ਇੱਥੇ। ਠੀਕ ਹੈ, ਤਾਂ ਇਸ ਆਨਸਰ ਕੀ ਬਣੂਗਾ ਜੀ? ਇਹਦਾ ਆਨਸਰ ਆਊਗਾ ਜੀ ਏ ਆਨਸਰ, ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਸਨ ਹਰਮੰਦਰ ਸਾਹਿਬ ਦੇ, ਤੇ ਆਦਿ ਗ੍ਰੰਥ ਦੇ ਪਹਿਲੇ ਗ੍ਰੰਥੀ ਸਨ। ਠੀਕ ਹੈ ਜੀ। ਨੈਕਸਟ ਜੀ 16 ਨੰਬਰ ਕੁਐਸਚਨ ਦੇਖੋ, ਸੁਖਮਣੀ ਸਾਹਿਬ ਦਾ ਰਚਨਾਕਾਰ ਕੌਣ ਹੈ? ਸੁਖਮਣੀ ਸਾਹਿਬ ਦਾ ਰਚਨਾਕਾਰ ਕੌਣ ਹੈ? ਤੇ ਇਹਦਾ ਆਨਸਰ ਆਊਗਾ ਜੀ ਏ ਆਨਸਰ। ਠੀਕ ਹੈ, ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੀ ਰਚਨਾ ਕੀਤੀ ਸੀਗੀ। ਤਾਂ 16 ਦਾ ਆ ਗਿਆ ਜੀ ਏ ਆਨਸਰ। ਨੈਕਸਟ ਹੈ 17 ਨੰਬਰ ਕੁਐਸਚਨ, ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਕਦੋਂ ਪ੍ਰਾਪਤ ਹੋਈ ਸੀ? ਤਾਂ ਗੁਰੂ ਅਰਜਨ ਦੇਵ ਜੀ ਨੂੰ ਦੇਖੋ 1604 ਤਾਂ ਆ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਆਦਿ ਗ੍ਰੰਥ ਦਾ ਸੰਕਲਨ ਕੀਤਾ ਸੀ। ਠੀਕ ਹੈ ਜੀ, ਤੇ ਇਹ ਆਨਸਰ ਆਊਗਾ ਜੀ ਸੀ ਆਨਸਰ 1606 ਦੇ ਵਿੱਚ। ਠੀਕ ਹੈ ਜੀ, 1606 ਦੇ ਵਿੱਚ ਇਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਸੀਗੀ। ਨੈਕਸਟ ਹੈ 18 ਨੰਬਰ ਕੁਐਸਚਨ ਦੇਖੋ, ਅਕਾਲ ਤਖਤ ਦਾ ਨਿਰਮਾਣ ਕਿਸ ਨੇ ਕੀਤਾ ਸੀ? ਤਾਂ ਅਕਾਲ ਤਖਤ ਦਾ ਨਿਰਮਾਣ ਕਰਵਾਇਆ ਸੀ ਗੁਰੂ ਹਰਗੋਬਿੰਦ ਜੀ ਨੇ। 6ਵੇਂ ਗੁਰੂ ਜੀ ਨੇ ਨਿਰਮਾਣ ਕਰਵਾਇਆ ਸੀਗਾ ਗੁਰੂ ਹਰਗੋਬਿੰਦ ਨੇ। ਤਾਂ ਇਹਦਾ ਆਨਸਰ ਆਊਗਾ ਜੀ 18 ਦਾ ਬੀ ਆਨਸਰ। ਨੈਕਸਟ ਹੈ ਜੀ 19 ਨੰਬਰ ਕੁਐਸਚਨ ਦੇਖੋ, ਗੁਰੂ ਤੇਗ ਬਹਾਦਰ ਜੀ ਨੂੰ ਫਾਂਸੀ ਕਿੱਥੇ ਦਿੱਤੀ ਗਈ ਸੀ? ਗੁਰੂ ਤੇਗ ਬਹਾਦਰ ਜੀ ਨੂੰ ਫਾਂਸੀ ਕਿੱਥੇ ਗਈ ਸੀ? ਤਾਂ ਉਹ ਆਨਸਰ ਆਊਗਾ ਸੀ ਆਨਸਰ। ਤਾਂ 19 ਦਾ ਆ ਜਾਊਗਾ ਜੀ ਸੀ, ਦਿੱਲੀ ਦੇ ਵਿੱਚ। ਨੈਕਸਟ ਹੈ ਜੀ 20 ਨੰਬਰ ਕੁਐਸਚਨ ਦੇਖੋ, ਸਿੱਖ ਜਿਨ੍ਹਾਂ ਨੇ ਬਨਾਰਸ ਤੋਂ ਸੰਸਕ੍ਰਿਤ ਸਿੱਖੀ ਸੀ ਕੀ ਅਖਵਾਉਂਦੇ ਸਨ? ਠੀਕ ਹੈ, ਜਿਹੜੇ ਬਨਾਰਸ ਤੋਂ ਸੰਸਕ੍ਰਿਤ ਭਾਸ਼ਾ ਸਿੱਖ ਜਾਂਦੇ ਸਿੱਖ, ਉਹ ਕੀ ਅਖਵਾਉਂਦੇ ਸੀ? ਤਾਂ ਉਹ ਨਿਰਮਲ ਅਖਵਾਉਂਦੇ ਸੀ। ਤਾਂ 20 ਨੰਬਰ ਦਾ ਬਣ ਜਾਊਗਾ ਜੀ ਬੀ ਆਨਸਰ। ਨੈਕਸਟ ਹੈ ਜੀ 21 ਕੁਐਸਚਨ ਨੰਬਰ 21 ਨੰਬਰ ਕੁਐਸਚਨ, ਮੁਕਤਸਰ ਸਾਹਿਬ ਦਾ ਪੁਰਾਣਾ ਨਾਮ ਕੀ ਸੀ? ਮੁਕਤਸਰ ਸਾਹਿਬ ਦਾ ਪੁਰਾਣਾ ਨਾਮ ਕੀ ਸੀ ਜੀ? ਇਹ ਆਊਗਾ ਜੀ ਸੀ ਆਨਸਰ ਖਿਦਰਾਣਾ। ਖਿਦਰਾਣੇ ਦੀ ਢਾਬ, ਠੀਕ ਹੈ ਜੀ, ਜਿੱਥੇ ਜਿਹੜੇ 40 ਜਿਹੜੇ ਸਿੱਖ ਸੀਗੇ ਗੁਰੂ ਜੀ ਨੂੰ ਇੱਕ ਵਾਰੀ ਵਿਦਾਵਾ ਲਿਖ ਕੇ ਦੇ ਗਏ ਸੀਗੇ। ਠੀਕ ਹੈ, ਬਾਅਦ ਦੇ ਵਿੱਚ ਦੁਬਾਰਾ ਉਹ ਗੁਰੂ ਜੀ ਨਾਲ ਵਾਪਸ ਆ ਗਏ ਸੀ। ਤਾਂ ਗੁਰੂ ਜੀ ਨੇ ਉੱਥੇ ਉਹਨਾਂ ਨੂੰ ਫਿਰ ਜਦੋਂ ਸ਼ਹੀਦੀ ਪ੍ਰਾਪਤ ਕਰ ਗਏ ਸੀ ਉਹਨਾਂ ਨੂੰ ਫਿਰ ਮਤਲਬ 40 ਮੁਕਤਿਆਂ ਦਾ ਨਾਮ ਦਿੱਤਾ ਸੀ, ਤੇ ਉਸ ਤੋਂ ਬਾਅਦ ਉਸ ਧਰਤੀ ਦਾ ਨਾਮ ਮੁਕਤਸਰ ਸਾਹਿਬ ਪੈ ਗਿਆ ਸੀ। ਨੈਕਸਟ 22 ਨੰਬਰ ਕੁਐਸਚਨ, ਦੇਹਾਂਤ ਸਮੇਂ ਗੁਰੂ ਅਰਜਨ ਦੇਵ ਜੀ ਕਿੱਥੇ ਸਨ? ਤਾਂ ਸਾਨੂੰ ਪਤਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਦੇਹਾਂਤ ਜਿਹੜਾ ਹੋਇਆ ਸੀ ਕਿੱਥੇ ਹੋਇਆ ਸੀ? ਨੰਦੇੜ ਦੇ ਵਿੱਚ ਹੋਇਆ ਸੀ। ਤਾਂ ਇਹਦਾ ਆਨਸਰ ਹੋਊਗਾ ਜੀ ਡੀ, 22 ਦਾ ਡੀ ਆਨਸਰ। ਨੈਕਸਟ ਹੈ ਜੀ 23 ਨੰਬਰ ਕੁਐਸਚਨ, ਬੰਦਾ ਬਹਾਦਰ ਦਾ ਉਹਨਾਂ ਦੇ ਮਾਤਾ ਪਿਤਾ ਦੁਆਰਾ ਦਿੱਤਾ ਗਿਆ ਨਾਮ ਦੱਸੋ। ਬੰਦਾ ਬਹਾਦਰ ਨੂੰ ਉਹਨਾਂ ਦੇ ਮਾਤਾ ਪਿਤਾ ਨੇ ਕੀ ਨਾਮ ਦਿੱਤਾ ਸੀ? ਤਾਂ ਸਿੰਪਲ ਕੁਐਸਚਨ ਹੈ ਜੀ, ਇਹ ਆਊਗਾ ਏ ਆਨਸਰ, ਲਛਮਣ ਦਾਸ। ਠੀਕ ਹੈ ਜੀ, ਉਹਨਾਂ ਦੇ ਮਾਤਾ ਪਿਤਾ ਵੱਲੋਂ ਜਿਹੜਾ ਨਾਮ ਦਿੱਤਾ ਗਿਆ ਸੀ ਤੇ ਉਹਨਾਂ ਦਾ ਨਾਮ ਸੀ ਜੀ ਲਛਮਣ ਦਾਸ। 23 ਦਾ ਏ ਆਨਸਰ। ਨੈਕਸਟ ਹੈ 24 ਨੰਬਰ, ਬੰਦਾ ਬਹਾਦਰ ਸਰਹੰਦ ਸ਼ਹਿਰ ਦੇ ਵਿੱਚ ਕਦੋਂ ਦਾਖਲ ਹੋਇਆ ਸੀ? ਬੰਦਾ ਬਹਾਦਰ ਸਰਹੰਦ ਸ਼ਹਿਰ ਦੇ ਵਿੱਚ ਕਦੋਂ ਦਾਖਲ ਹੋਇਆ ਸੀ? ਤਾਂ ਪਤਾ ਹੀ ਵੀ ਸਾਨੂੰ ਵੀ ਬੰਦਾ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਦੇ ਨਾਲ ਜਿਹੜਾ ਸੀ ਉਹ ਚੱਲਿਆ ਸੀਗਾ। ਤੇ ਇਹ ਕਦੋਂ ਦਾਖਲ ਹੋਇਆ ਸੀ? ਤਾਂ ਸੀ ਆਨਸਰ ਆਊਗਾ ਜੀ ਤੇ 1710 ਦੇ ਵਿੱਚ। ਠੀਕ ਹੈ ਜੀ, ਤਾਂ ਸੀ ਆਨਸਰ ਆ ਗਿਆ 24 ਦਾ ਸੀ ਆਨਸਰ। ਨੈਕਸਟ 25 ਨੰਬਰ ਕੁਐਸਚਨ ਦੇਖੋ, ਬੰਦਾ ਬਹਾਦਰ ਦਾ ਸਿਰ ਕੱਢ ਸਾਥੀ ਕੌਣ ਸੀ? ਉਹਦਾ ਮਤਲਬ ਮਿੱਤਰ ਕੌਣ ਸੀਗਾ ਜਾਂ ਸਿਰ ਕੱਢ ਸਾਥੀ ਕੌਣ ਸੀ? ਤੇ ਇਹਦਾ ਆਨਸਰ ਆਊਗਾ ਜੀ ਭਾਈ ਵਿਨੋਦ ਸਿੰਘ। ਭਾਈ ਵਿਨੋਦ ਸਿੰਘ। ਤਾਂ 25 ਦਾ ਆ ਜਾਊਗਾ ਜੀ ਬੀ ਆਨਸਰ। ਨੈਕਸਟ ਹੈ 26, ਬੰਦਾ ਬਹਾਦਰ ਨੂੰ ਫਾਂਸੀ ਕਿੱਥੇ ਦਿੱਤੀ ਗਈ ਸੀ? ਤਾਂ ਬੰਦਾ ਬਹਾਦਰ ਨੂੰ ਫਾਂਸੀ ਕਿੱਥੇ ਗਈ ਸੀ? ਗੁਰਦਾਸ ਨਗਰ ਦੇ ਵਿੱਚ ਤਾਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ। ਤੇ ਇਹਦਾ ਆਨਸਰ ਆਊਗਾ ਜੀ ਡੀ ਆਨਸਰ। ਠੀਕ ਹੈ, 26 ਦਾ ਡੀ ਆਨਸਰ ਆ ਰਿਹਾ। ਠੀਕ ਹੈ, ਨੈਕਸਟ ਹੈ 27 ਨੰਬਰ, AD 1721 ਵਿੱਚ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਦੀ ਜ਼ਿੰਮੇਵਾਰੀ ਕਿਸ ਨੇ ਲਈ ਸੀ? ਠੀਕ ਹੈ, ਅੰਮ੍ਰਿਤਸਰ ਦੀ ਜ਼ਿੰਮੇਵਾਰੀ ਕਿਸ ਨੇ ਲਈ ਸੀ? ਤਾਂ ਇਹਦਾ ਆਨਸਰ ਆਊਗਾ ਜੀ ਬੀ ਆਨਸਰ, ਭਾਈ ਮਨੀ ਸਿੰਘ ਨੇ। ਠੀਕ ਹੈ ਜੀ। ਨੈਕਸਟ ਹੈ ਜੀ 28 ਨੰਬਰ ਕੁਐਸਚਨ ਦੇਖੋ, ਤਰੁਣਾ ਦਲ, ਜਿਹੜਾ ਕਿ ਤਰੁਣਾ ਦਲ ਤੇ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀਗਾ ਸੈਨਿਕਾਂ ਨੂੰ। ਠੀਕ ਹੈ, ਤੇ ਜਿਹੜਾ ਤਰੁਣਾ ਦਲ ਸੀ
ਇਹਦੇ ਵਿੱਚ ਕਿਹੜੇ-ਕਿਹੜੇ ਸੈਨਿਕ ਸ਼ਾਮਲ ਸੀਗੇ? ਇਹਦੇ ਵਿੱਚ ਇਕੱਲੇ ਨੌਜਵਾਨ ਸੈਨਿਕ ਜਿਹੜੇ ਸੀ ਸ਼ਾਮਲ ਕੀਤੇ ਜਾਂਦੇ ਸੀ। ਤਾਂ 28 ਦਾ ਹੋਊਗਾ ਜੀ ਇਹ ਆਂਸਰ। 29 ਨੰਬਰ ਦੇਖੋ, ਜ਼ਕਰੀਆ ਖਾਨ ਦਾ ਨੇੜਲਾ ਸਹਿਯੋਗੀ ਕੌਣ ਸੀ? ਜ਼ਕਰੀਆ ਖਾਨ ਦਾ ਨੇੜਲਾ ਸਹਿਯੋਗੀ ਸੀਗਾ ਜੀ ਲਖਪਤ ਰਾਏ। ਤੇ ਇਹਦਾ ਆਂਸਰ ਆਊਗਾ ਜੀ ਬੀ ਆਂਸਰ, 29 ਦਾ ਬੀ। 30 ਦੇਖੋ, ਕਿਹੜੀ ਮਿਸਲ ਦਲ ਖਾਲਸਾ ਦਾ ਹਿੱਸਾ ਨਹੀਂ ਸੀ? ਇਸ ਵਾਰ ਮਾਸਟਰ ਕੇਡਰ ਦੇ ਪੇਪਰ ਦੇ ਵਿੱਚ ਵੀ ਕੁਐਸਚਨ ਪੁੱਛਿਆ ਗਿਆ ਇਹ। ਤਾਂ ਕਿਹੜੀ ਮਿਸਲ ਦਲ ਖਾਲਸਾ ਦਾ ਹਿੱਸਾ ਨਹੀਂ ਸੀ? ਤਾਂ ਇਹਦਾ ਆਊਗਾ ਜੀ ਫੁਲਕੀਆ ਮਿਸਲ। ਨਕਈ ਵੀ ਹੈਗੀ ਸੀ, ਕਰੋੜ ਸਿੰਘੀਆ ਵੀ ਹੈਗੀ ਸੀ, ਡੱਲੇਵਾਲੀਆ ਵੀ ਹੈਗੀ ਸੀ। ਤਾਂ ਫੁਲਕੀਆ ਮਿਸਲ ਜਿਹੜੀ ਹੈ ਇਹ ਦਲ ਖਾਲਸਾ ਦੇ ਵਿੱਚ ਸ਼ਾਮਲ ਨਹੀਂ ਸੀ। ਤਾਂ 30 ਦਾ ਆ ਜਾਊਗਾ ਜੀ ਡੀ ਆਂਸਰ। 31 ਦਾ ਦੇਖੋ, ਮੀਰ ਮਨੂੰ ਨੇ ਮਹਾਰਾਜਾ ਬਹਾਦਰ ਦਾ ਖਿਤਾਬ ਕਿਸ ਨੂੰ ਦਿੱਤਾ ਸੀ? ਮੀਰ ਮਨੂੰ ਨੇ ਮਹਾਰਾਜਾ ਬਹਾਦਰ ਦਾ ਖਿਤਾਬ ਦਿੱਤਾ ਸੀ ਕੌੜਾ ਮੱਲ ਨੂੰ। ਤਾਂ 31 ਦਾ ਆਊਗਾ ਜੀ ਇਹ ਆਂਸਰ। ਨੈਕਸਟ ਦੇਖੋ ਜੀ 32 ਨੰਬਰ ਕੁਐਸਚਨ, 1761 ਵਿੱਚ ਪਾਣੀਪਤ ਦੀ ਲੜਾਈ ਕਿਸ ਅਫਗਾਨ ਸ਼ਾਸਕ ਨੇ ਲੜੀ ਸੀ? ਤਾਂ ਸਾਨੂੰ ਪਤਾ ਵੀ 1761 ਦੇ ਵਿੱਚ ਜਿਹੜੀ ਪਾਣੀਪਤ ਦੀ ਤੀਸਰੀ ਲੜਾਈ ਹੋਈ ਹੈ, ਤਾਂ ਇਹਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਤੇ ਇਹ ਕਿਹਦੇ ਵਿਚਕਾਰ ਹੋਈ ਸੀ? ਇਹ ਮਰਾਠਿਆਂ ਦੇ ਵਿਚਕਾਰ ਹੋਈ ਸੀਗੀ, ਜਿਹਦੇ ਵਿੱਚ ਮਰਾਠੇ ਹਾਰ ਗਏ ਸੀਗੇ। ਠੀਕ ਹੈ। 33 ਨੰਬਰ ਕੁਐਸਚਨ ਦੇਖੋ ਜੀ, ਵੱਡਾ ਘੱਲੂਘਾਰਾ ਕਦੋਂ ਹੋਇਆ ਸੀ? ਤਾਂ ਵੱਡਾ ਘੱਲੂਘਾਰਾ ਹੋਇਆ ਸੀ ਜੀ 1762 ਦੇ ਵਿੱਚ। ਤਾਂ ਇਹਦਾ ਆਂਸਰ ਆ ਜਾਊਗਾ ਜੀ ਬੀ ਆਂਸਰ, 33 ਦਾ ਬੀ ਆਂਸਰ। ਨੈਕਸਟ ਦੇਖੋ 34 ਨੰਬਰ ਕੁਐਸਚਨ, ਸਰਦਾਰ ਗੁੱਜਰ ਅਤੇ ਲਹਿਣਾ ਕਿਸ ਮਿਸਲ ਨਾਲ ਸੰਬੰਧਿਤ ਸਨ? ਜਿਹੜੇ ਸਰਦਾਰ ਗੁੱਜਰ ਸਿੰਘ ਸੀਗੇ ਤੇ ਲਹਿਣਾ ਸਿੰਘ ਸੀਗੇ ਕਿਹੜੀ ਮਿਸਲ ਦੇ ਨਾਲ ਸੰਬੰਧ ਰੱਖਦੇ ਸੀਗੇ ਇਹ? ਤਾਂ ਇਹਦਾ ਆਂਸਰ ਆਊਗਾ ਜੀ ਡੀ ਆਂਸਰ, ਭੰਗੀ ਮਿਸਲ ਨਾਲ ਸੰਬੰਧ ਰੱਖਦੇ ਸੀਗੇ ਗੁੱਜਰ ਸਿੰਘ ਤੇ ਲਹਿਣਾ ਸਿੰਘ, ਭੰਗੀ ਮਿਸਲ ਨਾਲ। ਨੈਕਸਟ ਹੈ 35 ਨੰਬਰ ਕੁਐਸਚਨ, ਸ਼ੁਕਰਚਕੀਆ ਮਿਸਲ ਦੀ ਸਥਾਪਨਾ ਕਿਸਨੇ ਕੀਤੀ ਸੀ? ਸ਼ੁਕਰਚਕੀਆ ਮਿਸਲ ਨਾਲ ਕੌਣ ਸੰਬੰਧ ਰੱਖਦਾ ਸੀਗਾ? ਮਹਾਰਾਜਾ ਰਣਜੀਤ ਸਿੰਘ। ਠੀਕ ਹੈ ਜੀ। ਤਾਂ ਇਹਦੀ ਸਥਾਪਨਾ ਕਿਹਨੇ ਕੀਤੀ ਸੀਗੀ? ਤਾਂ ਇਹ ਸਥਾਪਨਾ ਕੀਤੀ ਸੀ ਬੁੱਧ ਸਿੰਘ ਨੇ। ਤਾਂ 35 ਦਾ ਆ ਜਾਊਗਾ ਜੀ ਇਹ ਆਂਸਰ। ਨੈਕਸਟ ਹੈ ਜੀ 36 ਨੰਬਰ ਕੁਐਸਚਨ ਦੇਖੋ, ਮਹਾਰਾਜਾ ਰਣਜੀਤ ਸਿੰਘ ਦੁਆਰਾ ਲਾਹੌਰ ਸ਼ਹਿਰ ਤੇ ਕਦੋਂ ਜਿੱਤ ਪ੍ਰਾਪਤ ਕੀਤੀ ਗਈ ਸੀ? ਲਾਹੌਰ ਸ਼ਹਿਰ ਮਹਾਰਾਜਾ ਰਣਜੀਤ ਸਿੰਘ ਨੇ ਕਦੋਂ ਜਿੱਤਿਆ ਸੀ? ਤਾਂ ਜਿੱਤਿਆ ਸੀ ਸੀ ਆਂਸਰ ਆਊਗਾ ਇਹਦਾ 1799 ਦੇ ਵਿੱਚ। ਠੀਕ ਹੈ ਜੀ, 36 ਦਾ ਸੀ ਆਂਸਰ। ਨੈਕਸਟ ਹੈ 37 ਨੰਬਰ ਕੁਐਸਚਨ, ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਕਿਸ ਨੇ ਘੋਸ਼ਿਤ ਕੀਤਾ ਸੀ? ਪੰਜਾਬ ਦਾ ਮਹਾਰਾਜਾ ਕਿਸ ਨੇ ਘੋਸ਼ਿਤ ਕੀਤਾ ਸੀ? ਤਾਂ ਇਹ ਕੀਤਾ ਸੀ ਜੀ ਸਾਹਿਬ ਸਿੰਘ ਬੇਦੀ ਨੇ। ਤਾਂ 37 ਦਾ ਆ ਜਾਊਗਾ ਜੀ ਇਹ ਆਂਸਰ। ਨੈਕਸਟ ਹੈ 38 ਨੰਬਰ ਕੁਐਸਚਨ ਦੇਖੋ, ਜਮਜਮਾ ਤੋਪਖਾਨਾ ਜਾਂ ਜਮਜਮਾ ਤੋਪ ਜਿਹੜੀ ਹੈ ਇਹਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਨੇ ਕਿੱਥੇ ਕਬਜ਼ਾ ਲਿਆ ਸੀਗਾ ਜਾਂ ਇਹਨੂੰ ਕਦੋਂ ਹਾਸਲ ਕੀਤਾ ਸੀ, ਕਿੱਥੇ ਹਾਸਲ ਕੀਤਾ ਸੀ? ਤੇ ਇਹਦਾ ਆਂਸਰ ਆਊਗਾ ਜੀ ਡੀ ਆਂਸਰ, ਅੰਮ੍ਰਿਤਸਰ ਦੇ ਵਿੱਚ ਜਮਜਮਾ ਤੋਪ ਹਾਸਲ ਕੀਤੀ ਸੀਗੀ। 38 ਦਾ ਆ ਜਾਊਗਾ ਜੀ ਡੀ ਆਂਸਰ। ਨੈਕਸਟ ਹੈ ਜੀ 39 ਨੰਬਰ ਦੇਖੋ, ਲਾਹੌਰ ਦੀ ਸੰਧੀ ਕਦੋਂ ਹਸਤਾਖਰ ਕੀਤੀ ਗਈ ਸੀ? ਲਾਹੌਰ ਦੀ ਸੰਧੀ ਵੈਸੇ 1846 ਦੇ ਵਿੱਚ ਹਸਤਾਖਰ ਕੀਤੀ ਗਈ ਸੀ। ਤਾਂ ਹੁਣ ਇਹਦੇ ਵਿੱਚ ਆਂਸਰ ਇਹਦਾ ਨਹੀਂ ਹੈਗਾ। ਦੇਖੋ ਇੱਥੇ 1806 ਹੈ, ਇੱਥੇ 9 ਹੈ, ਇੱਥੇ 10 ਹੈ, ਇੱਥੇ 18 ਹੈਗਾ। ਠੀਕ ਹੈ। ਹਾਂ, ਜੇ ਇੱਥੇ ਕਿਤੇ ਅੰਮ੍ਰਿਤਸਰ ਦੀ ਸੰਧੀ ਹੁੰਦਾ, ਠੀਕ ਹੈ, ਲਾਹੌਰ ਦੀ ਜਗ੍ਹਾ ਤੇ ਅੰਮ੍ਰਿਤਸਰ ਦੀ ਸੰਧੀ ਹੁੰਦਾ ਤਾਂ ਇਹਦਾ ਆਂਸਰ ਅਸੀਂ ਬਣਾ ਸਕਦੇ ਸੀ, ਫਿਰ ਅਸੀਂ ਇਹਦਾ ਆਂਸਰ ਬੀ ਲੈ ਸਕਦੇ ਸੀ, ਪਰ ਇਸ ਕਰਕੇ ਇਹਦਾ ਨੰਬਰ ਸਾਨੂੰ ਮਿਲਿਆ ਗ੍ਰੇਸ ਨੰਬਰ। ਠੀਕ ਹੈ ਜੀ। ਨੈਕਸਟ ਜੀ 40 ਨੰਬਰ ਕੁਐਸਚਨ ਦੇਖੋ, ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਤੇ ਕਦੋਂ ਅਧਿਕਾਰ ਕੀਤਾ ਸੀ? ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਕਦੋਂ ਜਿੱਤਿਆ ਸੀ? ਤਾਂ ਇਹਦਾ ਆਂਸਰ ਆਊਗਾ ਜੀ ਇਹ ਆਂਸਰ, 1818 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦੇ ਉੱਪਰ ਅਧਿਕਾਰ ਪ੍ਰਾਪਤ ਕਰ ਲਿਆ ਸੀ। ਨੈਕਸਟ ਹੈ ਜੀ 41 ਨੰਬਰ ਕੁਐਸਚਨ, ਲਾਹੌਰ ਦਰਬਾਰ ਵਿੱਚ ਹੇਠ ਲਿਖਿਆਂ ਵਿੱਚੋਂ ਕੌਣ ਸਪੇਨ ਦਾ ਵਸਨੀਕ ਸੀ? ਮਿਸਟਰ ਕੋਟ, ਮੂਸਾ ਸਾਹਿਬ, ਅਲਾਰਡ। ਠੀਕ ਹੈ। ਅਲਾਰਡ ਦਾ ਕੁਐਸਚਨ ਇਸ ਵਾਰ ਮਾਸਟਰ ਕੇਡਰ ਵਿੱਚ ਆਇਆ ਸੀ, ਵੀ ਕਿੱਥੋਂ ਦਾ ਸੀ? ਇਹ ਫਰਾਂਸ ਦਾ ਸੀਗਾ। ਮੂਸਾ ਸਾਹਿਬ ਜਿਹੜਾ ਸੀਗਾ ਇਹ ਸਪੇਨ ਦਾ ਵਸਨੀਕ ਸੀਗਾ। ਤਾਂ ਇਹਦਾ ਆਂਸਰ ਆਊਗਾ ਜੀ 41 ਦਾ ਬੀ ਆਂਸਰ। ਨੈਕਸਟ ਹੈ ਜੀ 42 ਨੰਬਰ ਕੁਐਸਚਨ ਦੇਖੋ, ਰਾਜਕੁਮਾਰ ਨੌਨਿਹਾਲ ਕਿਹਦਾ ਪੁੱਤਰ ਸੀ? ਮਹਾਰਾਜਾ ਕਿਹਦਾ ਪੁੱਤਰ ਸੀ? ਮਹਾਰਾਜਾ ਖੜਕ ਸਿੰਘ ਦਾ ਪੁੱਤਰ ਸੀਗਾ ਨੌਨਿਹਾਲ। ਰਾਜਕੁਮਾਰ ਨੌਨਿਹਾਲ ਖੜਕ ਸਿੰਘ ਦਾ ਪੁੱਤਰ ਸੀ। ਤਾਂ ਇਹਦਾ ਆਂਸਰ ਆ ਜੀ 42 ਦਾ ਬੀ ਆਂਸਰ। ਨੈਕਸਟ ਕੁਐਸਚਨ ਹੈ ਜੀ 43 ਨੰਬਰ ਕੁਐਸਚਨ ਦੇਖੋ, ਲਾਰਡ ਐਲਨਬਰੋ ਦੇ ਸਥਾਨ ਤੇ ਭਾਰਤ ਦਾ ਗਵਰਨਰ ਜਨਰਲ ਕੌਣ ਬਣਿਆ ਸੀ? ਤਾਂ ਇਹਦਾ ਆਂਸਰ ਆਊਗਾ ਜੀ ਸੀ ਆਂਸਰ, ਲਾਰਡ ਹੈਨਰੀ ਹਾਰਡਿੰਗ। ਹਾਰਡਿੰਗ ਹੈ ਇੱਥੇ, ਤਾਂ ਹਾਰਡਿੰਗ ਆਊਗਾ। ਠੀਕ ਹੈ, ਇੱਥੇ ਇੰਗਲਿਸ਼ ਦੇ ਵਿੱਚ ਸਹੀ ਦਿੱਤਾ ਗਿਆ। ਨੈਕਸਟ ਜੀ 44 ਨੰਬਰ ਕੁਐਸਚਨ ਦੇਖੋ, ਪਹਿਲੇ ਐਂਗਲੋ ਸਿੱਖ ਯੁੱਧ ਦੌਰਾਨ ਕਿਹੜਾ ਸ਼ਹਿਰ ਬ੍ਰਿਟਿਸ਼ ਦਾ ਆਧਾਰ ਸੀ? ਠੀਕ ਹੈ ਜੀ, ਵਿਚ ਸਿਟੀ ਵਾਜ਼ ਦਾ ਬੇਸ ਆਫ ਦਾ ਬ੍ਰਿਟਿਸ਼ ਡਿਊਰਿੰਗ ਦਾ ਫਸਟ ਐਂਗਲੋ ਸਿੱਖ ਵਾਰ। ਤੇ ਇਹਦਾ ਆਂਸਰ ਆਊਗਾ ਜੀ ਬੇਸ ਨਾਲ ਸੀਗਾ ਡੀ, ਫਿਰੋਜ਼ਪੁਰ। ਨੈਕਸਟ ਹੈ ਜੀ 44 ਦਾ ਆ ਗਿਆ ਜੀ ਡੀ ਆਂਸਰ। 45 ਦਾ ਦੇਖੋ, ਸਭਰਾਉਂ ਦੀ ਲੜਾਈ ਦੇ ਵਿੱਚ ਕੌਣ ਅੰਤ ਤੱਕ ਲੜਿਆ ਸੀ? ਸਭਰਾਉਂ ਦੀ ਜਿਹੜੀ ਲੜਾਈ ਹੋਈ ਸੀ ਕੌਣ ਅੰਤ ਤੱਕ ਲੜਿਆ ਸੀ? ਤਾਂ ਇਹਦਾ ਆਂਸਰ ਆਊਗਾ ਜੀ ਬੀ ਆਂਸਰ, ਸ਼ਾਮ ਸਿੰਘ ਅਟਾਰੀ ਵਾਲਾ ਨੇ ਬਹੁਤ ਬਹਾਦਰੀ ਦਾ ਸਬੂਤ ਇਹਦੇ ਵਿੱਚ ਦਿੱਤਾ ਸੀਗਾ। ਤਾਂ ਇਹਦਾ ਆਂਸਰ ਆ ਜੀ ਬੀ। ਨੈਕਸਟ 46 ਨੰਬਰ ਕੁਐਸਚਨ ਦੇਖੋ,
46 ਗੁਲਾਬ ਸਿੰਘ ਡੋਗਰਾ ਨੂੰ ਜੰਮੂ ਅਤੇ ਕਸ਼ਮੀਰ ਦਾ ਮਹਾਰਾਜਾ ਇਸ ਦੇ ਅਧੀਨ ਘੋਸ਼ਿਤ ਕੀਤਾ ਗਿਆ ਸੀ। ਕਿਹੜੀ ਸੰਧੀ ਦੇ ਤਹਿਤ ਕੀਤਾ ਗਿਆ ਸੀ? ਤਾਂ ਅੰਮ੍ਰਿਤਸਰ ਦੀ ਸੰਧੀ ਜਿਹੜੀ 16 ਮਾਰਚ 1846 ਦੇ ਵਿੱਚ ਹੋਈ ਹੈ। ਇਹਦੇ ਤਹਿਤ ਗੁਲਾਬ ਸਿੰਘ ਨੂੰ ਜਿਹੜਾ ਡੋਗਰਾ ਸੀ ਇਹਨੂੰ ਜੰਮੂ ਕਸ਼ਮੀਰ ਦਾ ਮਹਾਰਾਜਾ ਘੋਸ਼ਿਤ ਕੀਤਾ ਗਿਆ ਸੀ। ਨੈਕਸਟ ਹੈ ਜੀ 47 ਨੰਬਰ ਕੁਐਸਚਨ ਦੇਖੋ। 1846 ਵਿੱਚ ਲਾਹੌਰ ਵਿਖੇ ਬ੍ਰਿਟਿਸ਼ ਰਾਜ ਪ੍ਰਤੀਨਿਧ ਕਿਹਨੂੰ ਨਿਯੁਕਤ ਕੀਤਾ ਗਿਆ ਸੀ? ਤਾਂ ਬ੍ਰਿਟਿਸ਼ ਰਾਜ ਦਾ ਜਿਹੜਾ ਪ੍ਰਤੀਨਿਧ ਸੀਗਾ ਕਿਹਨੂੰ ਕੀਤਾ ਗਿਆ ਸੀ? ਇਹ ਕੀਤਾ ਗਿਆ ਸੀ ਹੈਨਰੀ ਲਾਰੈਂਸ ਨੂੰ। ਤਾਂ 47 ਦਾ ਆ ਜਾਊਗਾ ਜੀ ਬੀ ਆਂਸਰ। ਨੈਕਸਟ ਹੈ ਜੀ 48 ਨੰਬਰ ਕੁਐਸਚਨ ਦੇਖੋ। 1849 ਦੇ ਵਿੱਚ ਮੁਲਤਾਨ ਦਾ ਗਵਰਨਰ ਕੌਣ ਸੀ? ਤਾਂ ਇਹਦਾ ਆਂਸਰ ਹੋਊਗਾ ਜੀ ਏ ਮੂਲ ਰਾਜ। ਮੂਲ ਰਾਜ ਉਸ ਟਾਈਮ ਗਵਰਨਰ ਸੀ, ਇਹਨੂੰ ਬਾਅਦ ਦੇ ਵਿੱਚ ਗੱਦੀ ਤੋਂ ਉਤਾਰ ਦਿੱਤਾ ਗਿਆ ਸੀ। ਨੈਕਸਟ ਜੀ 49 ਨੰਬਰ ਕੁਐਸਚਨ ਦੇਖੋ। 1849 ਵਿੱਚ ਭਾਰਤ ਦਾ ਬ੍ਰਿਟਿਸ਼ ਗਵਰਨਰ ਜਨਰਲ ਕੌਣ ਸੀ? 1849 ਦੇ ਵਿੱਚ ਭਾਰਤ ਦਾ ਜਿਹੜਾ ਬ੍ਰਿਟਿਸ਼ ਗਵਰਨਰ ਜਨਰਲ ਇਹ ਕੌਣ ਸੀਗਾ ਜੀ? ਤਾਂ ਇਹ ਸੀ ਆਂਸਰ ਆਊਗਾ 49 ਦਾ ਲਾਰਡ ਡਲਹੌਜੀ। ਉਸ ਟਾਈਮ ਲਾਰਡ ਡਲਹੌਜੀ ਸੀਗਾ 1849 ਦੇ ਵਿੱਚ। ਨੈਕਸਟ 50 ਨੰਬਰ ਕੁਐਸਚਨ ਦੇਖੋ। ਪੰਜਾਬ ਤੇ ਕਦੋਂ ਕਬਜ਼ਾ ਕੀਤਾ ਗਿਆ ਸੀ ਅੰਗਰੇਜ਼ਾਂ ਵੱਲੋਂ? ਤੇ ਆਊਗਾ ਜੀ 29 ਮਾਰਚ 1849 ਨੂੰ ਕਬਜ਼ਾ ਕਰ ਲਿਆ ਗਿਆ ਸੀਗਾ। ਬੀ ਆਂਸਰ ਆਊਗਾ ਇਹਦਾ 29 ਮਾਰਚ 1849 ਨੂੰ ਕਬਜ਼ਾ ਕੀਤਾ ਗਿਆ ਸੀਗਾ। ਨੈਕਸਟ ਹੈ ਜੀ ਹੜੱਪਾ ਸ਼ਹਿਰ ਕਿਹੜੀ ਨਦੀ ਦੇ ਕੰਢੇ ਤੇ ਸਥਿਤ ਹੈ? ਜਿਹੜਾ ਹੜੱਪਾ ਸ਼ਹਿਰ ਹੈਗਾ ਇਹ ਕਿਹੜੀ ਨਦੀ ਦੇ ਕੰਢੇ ਦੇ ਉੱਪਰ ਸਥਿਤ ਹੈ ਜੀ? ਇਹ ਤਾਂ ਆਊਗਾ ਜੀ ਇਹ ਆਂਸਰ ਰਾਵੀ ਦਰਿਆ ਦੇ ਉੱਪਰ ਹੜੱਪਾ ਸ਼ਹਿਰ ਹੈ। ਨੈਕਸਟ 52 ਨੰਬਰ ਕੁਐਸਚਨ ਦੇਖੋ। ਸ਼ਾਹੀ ਇਸ਼ਨਾਨ ਦੇ ਨਾਲ ਕਿਹੜਾ ਸ਼ਹਿਰ ਜੁੜਿਆ ਹੋਇਆ ਹੈ? ਸ਼ਾਹੀ ਇਸ਼ਨਾਨ ਦਾ ਮਤਲਬ ਇੱਕ ਬਹੁਤ ਵੱਡਾ ਇਸ਼ਨਾਨ ਘਰ ਜਿਹੜਾ ਮਿਲਿਆ ਹੈਗਾ, ਠੀਕ ਹੈ। ਤਾਂ ਇਹਨੂੰ ਸਿੰਪਲ ਭਾਸ਼ਾ ਜੇ ਆਪਾਂ ਕਹਿ ਸਕਦੇ ਇਸ਼ਨਾਨ ਘਰ ਕਿੱਥੋਂ ਮਿਲਿਆ? ਤਾਂ ਮਿਲਿਆ ਸੀ ਜੀ ਮੋਹਨਜੋਦੜੋ ਦੇ ਵਿੱਚੋਂ। ਤਾਂ ਇਹਦਾ ਆਂਸਰ ਆਊਗਾ ਜੀ ਡੀ 52 ਦਾ ਡੀ ਆਂਸਰ। ਨੈਕਸਟ 53 ਨੰਬਰ। ਸਿੰਧੂ ਘਾਟੀ ਦੀ ਮੁੱਖ ਵਿਸ਼ੇਸ਼ਤਾ ਕੀ ਹੈ? ਸਿੰਧੂ ਘਾਟੀ ਦੀ ਮੁੱਖ ਵਿਸ਼ੇਸ਼ਤਾ ਇਹਨਾਂ ਵਿੱਚੋਂ ਕੀ ਹੈ ਜੀ? ਤਾਂ ਸਾਨੂੰ ਸਭ ਨੂੰ ਪਤਾ ਹੈ ਜੀ ਇਹਦਾ ਆਂਸਰ ਕੀ ਆਊਗਾ। ਕਿਉਂਕਿ ਜਿਹੜੀ ਸਿੰਧੂ ਘਾਟੀ ਸੱਭਿਅਤਾ ਸੀ ਲਗਭਗ ਸਾਰੇ ਸ਼ਹਿਰਾਂ ਦੇ ਵਿੱਚ ਇੱਕ ਵੈਲ ਪਲੈਨਡ ਜਿਹੜਾ ਸੀ ਸ਼ਹਿਰੀ ਸਿਸਟਮ ਜਿਹੜਾ ਵਿਕਸਿਤ ਕੀਤਾ ਜਾਂਦਾ ਸੀਗਾ। ਤਾਂ ਇਹਦਾ ਆਂਸਰ ਆਊਗਾ ਜੀ ਸ਼ਹਿਰੀ ਯੋਜਨਾਬੰਦੀ। 54 ਨੰਬਰ ਕੁਐਸਚਨ ਦੇਖੋ। ਹੇਠਾਂ ਦਿੱਤਿਆਂ ਵਿੱਚੋਂ ਸਭ ਤੋਂ ਪ੍ਰਾਤਨ ਕੌਣ ਹੈ? ਮਤਲਬ ਪ੍ਰਾਚੀਨ ਗ੍ਰੰਥ ਕਿਹੜਾ ਹੈ? ਇੱਥੇ ਜੇ ਆਪਾਂ ਦੇਖੀਏ ਗ੍ਰੰਥਾਂ ਦੀ ਗੱਲ ਕੀਤੀ ਹੈ ਇੱਥੇ, ਤਾਂ ਸਭ ਤੋਂ ਪ੍ਰਾਚੀਨ ਸਾਨੂੰ ਪਤਾ ਹੈ ਜੀ ਸਾਡਾ ਰਿਗਵੇਦ ਗ੍ਰੰਥ ਹੈ। ਤਾਂ ਇਹਦਾ ਆਂਸਰ ਆ ਜੂ ਜੀ ਸੀ ਆਂਸਰ। 55 ਦਾ ਦੇਖੋ। ਅਸ਼ਵ ਸ਼ਬਦ ਦਾ ਕੀ ਅਰਥ ਹੈ? ਅਸ਼ਵ ਸ਼ਬਦ ਤੋਂ ਕੀ ਭਾਵ ਲਿਆ ਗਿਆ? ਤਾਂ ਇੱਥੇ ਅਸ਼ਵ ਦਾ ਮਤਲਬ ਹੁੰਦਾ ਹੈ ਸੰਸਕ੍ਰਿਤ ਭਾਸ਼ਾ ਸ਼ਬਦ ਇੱਕ। ਤਾਂ ਇਹਦਾ ਆਂਸਰ ਹੁੰਦਾ ਜੀ ਡੀ ਘੋੜਾ। ਅਸ਼ਵ ਦਾ ਮਤਲਬ ਘੋੜਾ। ਨੈਕਸਟ ਹੈ ਜੀ 56 ਨੰਬਰ ਦੇਖੋ। ਇਹ ਮਹਾਭਾਰਤ ਦੇ ਵਿੱਚੋਂ ਪੁੱਛਿਆ ਗਿਆ ਕੁਐਸਚਨ। ਇਹ ਮਹਾਭਾਰਤ ਸਾਡੇ ਜਿਹੜੇ ਮਹਾਕਾਵਿ ਨੇ, ਦੋ ਮਹਾਕਾਵਿ ਨੇ, ਰਾਮਾਇਣ ਤੇ ਮਹਾਭਾਰਤ ਦੇ ਵਿੱਚੋਂ ਕੁਐਸਚਨ ਪੁੱਛਿਆ ਗਿਆ। ਮਹਾਭਾਰਤ ਵਿੱਚ ਯੁਧਿਸ਼ਟਰ ਕਿਹਨਾਂ ਦਾ ਮੁਖੀ ਸੀ? ਯੁਧਿਸ਼ਟਰ ਤੁਹਾਨੂੰ ਪਤਾ ਜੀ ਪਾਂਡਵਾਂ ਦਾ ਮੁਖੀ ਸੀਗਾ ਜੀ, ਪਾਂਡਵਾਂ ਦਾ ਸਮਰਾਟ ਸੀਗਾ ਇਹ। ਤਾਂ 56 ਦਾ ਬੀ ਆਂਸਰ। 57 ਨੰਬਰ ਕੁਐਸਚਨ ਦੇਖੋ। ਕਿਸ ਨੂੰ ਜੈਨੀਆਂ ਦਾ 24ਵਾਂ ਤੀਰਥੰਕਰ ਮੰਨਿਆ ਗਿਆ ਹੈ? 24ਵੇਂ ਤੀਰਥੰਕਰ ਕੌਣ ਸੀ? 24 ਤੀਰਥੰਕਰ ਹੋਏ ਜੀ, ਗੁਰੂ ਹੋਏ ਇਹਨਾਂ ਦੇ। ਤਾਂ ਇਹਦਾ ਆਂਸਰ ਆਊ ਜੀ ਬੀ ਮਹਾਵੀਰ ਸਵਾਮੀ, ਠੀਕ ਹੈ। 58 ਦਾ ਦੇਖੋ ਜੀ ਭਗਵਾਨ ਮਹਾਵੀਰ ਦਾ ਦੇਹਾਂਤ ਕਿੱਥੇ ਹੋਇਆ ਸੀ? ਤਾਂ ਇਹ ਆਂਸਰ ਆਊਗਾ ਜੀ ਬੀ ਆਂਸਰ ਪਾਵਾਪੁਰੀ ਦੇ ਵਿੱਚ ਇਹਨਾਂ ਦਾ ਦੇਹਾਂਤ ਹੋਇਆ ਸੀ। 59 ਦੇਖੋ। ਅਸ਼ਟਾਂਗ ਮਾਰਗ ਕਿਹਦੇ ਵੱਲੋਂ ਦੱਸਿਆ ਗਿਆ ਸੀ? ਇਹਦੀ ਸਿਫਾਰਿਸ਼ ਕਿਹਨੇ ਵੱਲੋਂ ਕੀਤੀ ਗਈ ਸੀ? ਤਾਂ ਅਸ਼ਟਾਂਗ ਮਾਰਗ ਦੱਸਿਆ ਗਿਆ ਸੀ ਜੀ, ਇਹ ਆਂਸਰ ਆਊਗਾ ਭਗਵਾਨ ਬੁੱਧ ਜਾਂ ਮਹਾਤਮਾ ਬੁੱਧ ਵੱਲੋਂ। ਨੈਕਸਟ ਹੈ ਜੀ 60 ਨੰਬਰ ਕੁਐਸਚਨ ਦੇਖੋ। ਇਹਨਾਂ ਵਿੱਚੋਂ ਕਿਹੜਾ ਇਤਿਹਾਸਿਕ ਸ਼ਹਿਰ ਨਹੀਂ ਹੈ? ਤਾਂ ਗਇਆ ਵੀ ਇਤਿਹਾਸਿਕ ਹੈ, ਪਾਟਲੀਪੁੱਤਰ ਵੀ ਹੈ, ਪਟਨਾ ਵੀ ਹੈ, ਤੇ ਮਗਧ ਕਿਉਂਕਿ ਸ਼ਹਿਰ ਨਹੀਂ ਹੈਗਾ ਤਾਂ ਇਹ ਇੱਕ ਰਾਸ਼ਟਰ ਸੀਗਾ ਜਾਂ ਉਸ ਟਾਈਮ ਦਾ ਇੱਕ ਰਾਜ ਸੀਗਾ, ਇਹ ਸ਼ਹਿਰ ਨਹੀਂ ਹੈਗਾ। ਤੇ ਇਸ ਕਰਕੇ ਆਂਸਰ ਬਣ ਜਾਊਗਾ ਜੀ 60 ਦਾ ਡੀ ਆਂਸਰ। ਨੈਕਸਟ ਹੈ ਜੀ 61 ਨੰਬਰ ਕੁਐਸਚਨ। ਹਾਂਜੀ, ਮੌਰੀਆ ਰਾਜਵੰਸ਼ ਦੀ ਖੋਜ, ਮਤਲਬ ਖੋਜ ਨਹੀਂ, ਮੌਰੀਆ ਵੰਸ਼ ਦੀ ਸਥਾਪਨਾ ਇੱਥੇ ਲਿਖਿਆ ਜਾਣਾ ਚਾਹੀਦਾ ਸੀ, ਫਾਊਂਡਡ, ਠੀਕ ਹੈ। ਤਾਂ ਇਹਦੀ ਸਥਾਪਨਾ ਕਿਹਨੇ ਕੀਤੀ ਸੀ? ਚੰਦਰਗੁਪਤ ਮੌਰੀਆ ਨੇ। ਤਾਂ ਇਹਦਾ ਆਂਸਰ ਹੋਊਗਾ ਜੀ ਸੀ ਆਂਸਰ। ਨੈਕਸਟ ਹੈ ਜੀ 62 ਨੰਬਰ ਦੇਖੋ। ਅਰਥ ਸ਼ਾਸਤਰ ਕਿਹਨੇ ਲਿਖਿਆ ਸੀ? ਅਰਥ ਸ਼ਾਸਤਰ ਪੁਸਤਕ ਦਾ ਲੇਖਕ ਕੌਣ ਸੀਗਾ? ਤਾਂ ਇਹ ਸੀ ਕਟਲਿਆ। ਤਾਂ ਇਹਦਾ ਆਂਸਰ ਆ ਜਾਊਗਾ ਬੀ ਆਂਸਰ। 63 ਨੰਬਰ ਦੇਖੋ। ਇਸ ਵਾਰ ਵੀ ਮਾਸਟਰ ਗ੍ਰੇਡਰ ਪੇਪਰ 'ਚ ਆਇਆ ਸੀ। ਪਿਆਦਸ਼ੀ ਦੇ ਤੌਰ ਤੇ ਕਿਸ ਨੂੰ ਜਾਣਿਆ ਜਾਂਦਾ ਸੀ? ਤਾਂ ਪਿਆਦਸ਼ੀ ਦੇ ਤੌਰ ਤੇ ਕਿਹਨੂੰ ਜਾਣਿਆ ਜਾਂਦਾ ਸੀਗਾ? ਤਾਂ ਜਾਣਿਆ ਸੀ ਸਮਰਾਟ ਅਸ਼ੋਕ ਨੂੰ। ਟੀ ਆਂਸਰ ਆ ਗਿਆ। 63 ਨੰਬਰ ਦਾ ਡੀ ਆਂਸਰ ਆਊਗਾ ਜੀ ਸਮਰਾਟ ਅਸ਼ੋਕ। ਨੈਕਸਟ ਜੀ 64 ਨੰਬਰ ਕੁਐਸਚਨ ਦੇਖੋ। ਮੌਰੀਆ ਸ਼ਾਸਨ ਨੂੰ ਕਿਸ ਨੇ ਤਬਾਹ ਕੀਤਾ ਸੀ ਜਾਂ ਕਿਸ ਨੇ ਖਤਮ ਕੀਤਾ ਸੀ? ਤਾਂ ਇਹ ਇਹਨਾਂ ਦਾ ਸੈਨਾਪਤੀ ਸੀ ਪੁਸ਼ਯਪੁੱਤਰ ਸ਼ੁੰਗ ਕਰਕੇ ਹੀ ਮੌਰੀਆ ਸਾਮਰਾਜ ਜਿਹੜਾ ਸੀ ਇਹ ਖਤਮ ਹੋ ਗਿਆ ਸੀ, ਨਸ਼ਟ ਹੋ ਗਿਆ ਸੀ। ਨੈਕਸਟ ਹੈ ਜੀ 65 ਨੰਬਰ ਦੇਖੋ। ਗੁਪਤ ਸਾਮਰਾਜ ਦੇ ਉੱਚ ਚਿੰਨ੍ਹ ਦੇ ਪ੍ਰਮਾਣ ਕਿੱਥੇ? ਮਤਲਬ ਉੱਚ ਸਾਮਰਾਜ ਜਿਹੜਾ ਗੁਪਤ ਸਾਮਰਾਜ ਸੀਗਾ ਤਾਂ ਇਹ ਕਦੋਂ
ਇੱਕ ਉਚਾਈ 'ਚ ਪਹੁੰਚਿਆ ਸੀ ਜਾਂ ਇਹਨੂੰ ਕਦੋਂ ਪ੍ਰਸਿੱਧੀ ਪ੍ਰਾਪਤ ਹੋਈ ਸੀ, ਕਿਸ ਕਾਲ ਦੇ ਵਿੱਚ ਪ੍ਰਾਪਤ ਹੋਈ ਸੀ, ਕਿਹੜਾ ਉਸ ਸਮੇਂ ਰਾਜਾ ਸੀਗਾ? ਤਾਂ ਉਸ ਸਮੇਂ ਰਾਜਾ ਸੀ ਜੀ ਚੰਦਰਗੁਪਤ ਦੂਸਰਾ ਜਾਂ ਚੰਦਰਗੁਪਤ ਵਿਕਰਮਾਦਿੱਤਿਆ ਨੂੰ ਬੋਲਦੇ ਹਾਂ ਅਸੀਂ। ਠੀਕ ਹੈ, ਤਾਂ ਇਹਦਾ ਆਨਸਰ ਆ ਜੀ 65 ਨੰਬਰ ਦਾ ਪੀ ਆਨਸਰ। ਅੱਗੇ ਜੀ 66 ਨੰਬਰ ਦੇਖੋ, ਹੂ ਵਾਜ ਦਾ ਗ੍ਰੇਟ ਗ੍ਰਾਮਰੀਅਨ, ਜਿਹੜਾ ਮਹਾਨ ਵਿਆਕਰਨਵੇਤਾ ਹੈ ਕੌਣ ਸੀਗਾ? ਤਾਂ ਸਾਨੂੰ ਪਤਾ ਜੀ ਇਹ ਆਨਸਰ ਆਊਗਾ ਸੀ ਆਨਸਰ, ਪਾਣਿਨੀ ਜਿਹੜਾ ਮਹਾਨ ਵਿਆਕਰਨਵੇਤਾ ਇਹਨੇ ਵਿਆਕਰਨ ਦੀ ਰਚਨਾ ਕੀਤੀ ਸੀ। 67 ਨੰਬਰ ਦੇਖੋ, ਹਰਸ਼ਵਰਧਨ ਦੇ ਸ਼ਾਸਨ ਕਾਲ ਦੌਰਾਨ ਇਸਨੇ ਭਾਰਤ ਦੀ ਯਾਤਰਾ ਕੀਤੀ ਸੀ। ਤਾਂ ਹਰਸ਼ਵਰਧਨ ਦੇ ਕਾਲ ਦੇ ਵਿੱਚ ਕਿਹੜਾ ਯਾਤਰੀ ਆਇਆ ਸੀਗਾ? ਤਾਂ ਉਹ ਆਇਆ ਸੀ ਜੀ ਹਿਊਆਨ ਟੈਂਗ ਲਿਖਿਆ ਹੋਇਆ ਤੇ ਹਿਊਨ ਸਾਂਗ ਆਊਗਾ ਵੈਸੇ ਤਾਂ। ਠੀਕ ਹੈ ਜੀ, ਹਿਊਨ ਸਾਂਗ। ਹਿਊਨ ਸਾਂਗ। ਠੀਕ ਹੈ, ਨੈਕਸਟ 68 ਨੰਬਰ, ਹਰਸ਼ਚਰਿਤ ਦਾ ਲੇਖਕ ਕੌਣ? ਹਰਸ਼ਚਰਿਤ ਕਿਹਨੇ ਲਿਖੀ ਸੀ? ਤਾਂ ਲਿਖੀ ਸੀ ਜੀ ਬਾਣ ਭੱਟ ਨੇ। ਤਾਂ ਇਹਦਾ ਆਨਸਰ ਆਊ ਜੀ ਡੀ ਆਨਸਰ। 69 ਨੰਬਰ ਕੁਐਸਚਨ ਦੇਖੋ, ਹੇਠਾਂ ਦਿੱਤਿਆਂ ਵਿੱਚੋਂ ਕਿਸਨੇ ਭਾਰਤ ਵਿੱਚ ਦਸ਼ਮਲਵ ਆਊਗਾ ਜੀ ਇੱਥੇ, ਦਸ਼ਮਲਵ ਪ੍ਰਣਾਲੀ ਤੋਂ ਜਾਣੂ ਕਰਾਇਆ ਸੀ। ਠੀਕ ਹੈ, ਤਾਂ ਆਨਸਰ ਆਊਗਾ ਜੀ ਬੀ ਆਨਸਰ, ਆਊਗਾ ਜੀ ਆਰਿਆ ਭੱਟ। 69 ਦਾ ਬੀ ਆਨਸਰ। ਨੈਕਸਟ ਜੀ 70 ਨੰਬਰ ਕੁਐਸਚਨ ਦੇਖੋ, ਅਗਨੀਕੁਲ ਪੁਰਾਣਿਕ ਕਥਾ ਜਿਹੜੀ ਹੈ ਕਿਹਦੇ ਨਾਲ ਸੰਬੰਧਿਤ ਹੈ? ਤਾਂ ਇਹ ਸੰਬੰਧਿਤ ਹੈ ਜੀ ਰਾਜਪੂਤਾਂ ਦੇ ਨਾਲ। ਠੀਕ ਹੈ, ਇਹ ਜਦੋਂ ਆਪਾਂ ਟੌਪਿਕ ਕਰਿਆ ਕਦੇ ਤਾਂ ਉਹਨੂੰ ਮੈਂ ਡਿਟੇਲ 'ਚ ਤੁਹਾਨੂੰ ਦੱਸੂਗਾ ਵੀ ਇਹ ਕਹਾਣੀ ਕੀ ਸੀਗੀ ਇਹਨਾਂ ਦੀ। ਤਾਂ 70 ਦਾ ਹੋਊਗਾ ਜੀ ਸੀ ਆਨਸਰ। ਨੈਕਸਟ ਹੈ ਜੀ 71 ਨੰਬਰ ਕੁਐਸਚਨ ਦੇਖੋ, ਚੌਹਾਨ ਰਾਜਪੂਤਾਂ ਨੇ ਇਸ ਸ਼ਹਿਰ ਤੇ ਰਾਜ ਕੀਤਾ ਸੀ। ਤਾਂ ਇਹਨਾਂ ਨੇ ਕਿਤੇ ਰਾਜ ਕੀਤਾ ਸੀ? ਅਜਮੇਰ ਦੇ ਉੱਪਰ। ਤਾਂ 71 ਦਾ ਏ ਆਨਸਰ। ਨੈਕਸਟ ਹੈ ਜੀ 72 ਨੰਬਰ ਕੁਐਸਚਨ, ਕੁਤਬਦੀਨ ਐਬਕ ਇਹ ਖੇਡ ਖੇਡਦਾ ਮਾਰਿਆ ਗਿਆ ਸੀ। ਤਾਂ ਕੀ ਮਾਰਿਆ ਗਿਆ ਸੀਗਾ? ਕਦੋਂ ਮਾਰਿਆ ਗਿਆ ਸੀਗਾ? ਕਿਹੜੀ ਖੇਡ ਖੇਡਦਾ ਹੋਇਆ? ਤਾਂ ਆਨਸਰ ਆਊ ਜੀ ਸੀ ਆਨਸਰ, 72 ਦਾ ਸੀ। ਨੈਕਸਟ ਹੈ ਚਹਲਗਣੀ ਕੀ ਸੀ? ਚਹਲਗਣੀ ਜਾਂ ਚਲੀਸਾ ਕੀ ਸੀ? ਤਾਂ ਚਲੀਸਾ ਦੀ ਜਿਹੜੀ ਨਿਯੁਕਤੀ ਸੀ ਕਿਹਨੇ ਕੀਤੀ ਸੀ ਜੀ? ਇਹ ਕੀਤੀ ਸੀ ਇਲਤੁਤਮਿਸ਼ ਨੇ। ਇਲਤੁਤਮਿਸ਼ ਤੇ ਇਹਨੂੰ ਖਤਮ ਕਰਤਾ ਸੀਗਾ ਬਲਬਨ ਨੇ। ਠੀਕ ਹੈ, ਤਾਂ ਕੀ ਸੀ ਜੀ ਇਹ? ਇੱਕ ਤੁਰਕੀ ਕੁਲੀਨ ਤੰਤਰ, ਮਤਲਬ ਕੁਲੀਨ ਤੰਤਰ ਮਤਲਬ ਇੱਕ 40 ਜਿਹੜੇ ਤਾਕਤਵਰ ਸਰਦਾਰ ਸੀ ਉਹਨਾਂ ਦਾ ਇੱਕ ਸਮੂਹ ਸੀਗਾ। ਤਾਂ ਇਹਦਾ ਆਨਸਰ ਆਊਗਾ ਜੀ ਏ। 74 ਦਾ ਦੇਖੋ ਜੀ, ਬਾਜ਼ਾਰ ਵਿਵਸਥਾ ਨਾਲ ਕੌਣ ਸੰਬੰਧਿਤ ਸੀ? ਬਾਜ਼ਾਰ ਵਿਵਸਥਾ ਦਾ ਪ੍ਰਬੰਧ ਕਿਹਨੇ ਕੀਤਾ ਸੀ ਵਧੀਆ? ਤਾਂ ਇਹ ਕੀਤਾ ਸੀ ਜੀ ਅਲਾਉਦੀਨ ਖਲਜੀ ਨੇ। 74 ਦਾ ਆਊਗਾ ਜੀ ਸੀ ਆਨਸਰ। ਨੈਕਸਟ ਹੈ ਜੀ 75 ਨੰਬਰ ਕੁਐਸਚਨ ਦੇਖੋ, ਜ਼ਿਆਉਦੀਨ ਬਰਾਨੀ ਕੀ ਸੀ? ਮਤਲਬ ਇਹਦੀ ਪਛਾਣ ਕਰਨੀ ਆਪਾਂ ਵੀ ਕੀ ਸੀ ਇਹ? ਤਾਂ ਇਹ ਸੀ ਜੀ ਕੀ ਸੀ? ਇਤਿਹਾਸਕਾਰ ਸੀ ਜ਼ਿਆਉਦੀਨ ਬਰਾਨੀ ਇਹ, ਅਤੇ ਬਗਨੀ ਲਿਖਿਆ ਬਰਾਨੀ ਆਊਗਾ ਜੀ। ਠੀਕ ਹੈ ਜੀ, ਤਾਂ 75 ਦਾ ਆਊਗਾ ਜੀ ਡੀ ਆਨਸਰ। ਤੇ ਆਪਾਂ ਚਲੋ 75 ਤੋਂ ਅੱਗੇ ਵੀ ਕਰ ਲੈਂਦੇ, ਇੱਕ ਵੀਡੀਓ ਬਣਾ ਦਿੰਦੇ ਇਹਦੇ ਵਿੱਚ, ਤੇ ਫਿਰ ਨਹੀਂ ਕੀ ਕਰ ਵੀਡੀਓ ਲੱਭਣ ਦੇ ਵਿੱਚ, ਜਾਂ ਫਿਰ ਕਈ ਵਾਰ ਤੁਸੀਂ ਦੇਖਦੇ ਨੇ ਇਹ ਵੀਡੀਓ ਨਾ ਨੈਕਸਟ ਵੀਡੀਓ। ਤਾਂ 76 ਨੰਬਰ ਤੋਂ ਸਟਾਰਟ ਕਰ ਲੈਂਦੇ ਆਪਾਂ। ਮੁਹੰਮਦ ਬਿਨ ਤੁਗਲਕ ਨੇ ਆਪਣੀ ਰਾਜਧਾਨੀ ਕਿਸ ਸ਼ਹਿਰ ਦੇ ਵਿੱਚ ਤਬਦੀਲ ਕੀਤੀ ਸੀ? ਤਾਂ ਇਹ ਕੀਤੀ ਸੀ ਜੀ ਦੇਵਗਿਰੀ, ਆਊਗਾ ਜੀ ਦੇਵਗਿਰੀ, ਤੇ ਸਪੈਲਿੰਗ ਮਿਸਟੇਕ ਹੈ ਥੋੜੀ, ਦੇਵਗਰ ਲਿਖਿਆ ਹੈ ਤਾਂ ਦੇਵਗਿਰੀ ਆਊਗਾ ਜੀ ਇੱਥੇ। ਤਾਂ ਇਹਦਾ ਆਨਸਰ ਆਊਗਾ ਜੀ ਬੀ ਆਨਸਰ। ਨੈਕਸਟ ਹੈ 77, ਤੈਮੂਰ ਨੇ ਕਦੋਂ ਭਾਰਤ ਦੇ ਉੱਪਰ ਜਾਂ ਦਿੱਲੀ ਦੇ ਉੱਪਰ ਚੜ੍ਹਾਈ ਕੀਤੀ ਸੀ? ਤਾਂ ਇਹਦਾ ਆਨਸਰ ਆਊਗਾ ਜੀ ਸੀ ਆਨਸਰ, 1398 ਦੇ ਵਿੱਚ। 1398 ਵਿੱਚ ਤੈਮੂਰ ਨੇ ਭਾਰਤ ਦੇ ਉੱਪਰ ਜਾਂ ਦਿੱਲੀ ਦੇ ਉੱਪਰ ਅਟੈਕ ਕੀਤਾ ਸੀਗਾ। ਤਾਂ 78 ਨੰਬਰ ਕੁਐਸਚਨ ਦੇਖੋ ਜੀ, ਖੂਤ ਕੌਣ ਸਨ? ਖੂਤ ਆਂਦਾ ਇੱਕ, ਤੇ ਇਹ ਕੌਣ ਸੀਗੇ ਜੀ? ਤਾਂ ਇਹ ਸੀਗੇ ਜੀ ਛੋਟੇ ਜ਼ਿਮੀਂਦਾਰ, ਮਤਲਬ ਸਮਾਲ ਲੈਂਡ ਲਾਰਡ ਜਿਹੜੇ ਸੀਗੇ, ਛੋਟੇ ਜ਼ਮੀਨਾਂ ਵਾਲੇ ਸੀਗੇ, ਤਾਂ ਇਹਨੂੰ ਖੂਤ ਕਿਹਾ ਜਾਂਦਾ ਸੀ। ਨੈਕਸਟ ਹੈ 79 ਨੰਬਰ ਕੁਐਸਚਨ ਦੇਖੋ, ਇੱਕ ਨਿਕੋਲਸ ਕੋਂਟੀ ਆਇਆਗਾ, ਜਾਂ ਨਿਕੋਲ ਕੋਂਟੀ ਵੀ ਇਹਨੂੰ ਬੋਲਦੇ ਨੇ, ਨਿਕੋਲਸ ਕੋਂਟੀ। ਤਾਂ ਇਹ 1720 ਦੇ ਵਿੱਚ ਵਿਜੇਨਗਰ ਸਾਮਰਾਜ ਦੇ ਵਿੱਚ ਆਇਆ ਸੀ। ਤਾਂ ਇਹ ਕਿੱਥੋਂ ਦਾ ਯਾਤਰੀ ਸੀ? ਤਾਂ ਇਟਲੀ ਦਾ ਯਾਤਰੀ ਸੀ ਜੀ। ਤਾਂ ਇਹਦਾ ਆਨਸਰ ਆਊ ਜੀ ਡੀ ਆਨਸਰ। 80 ਨੰਬਰ ਕੁਐਸਚਨ ਦੇਖੋ, ਕਿਤਾਬ-ਉਲ ਹਿੰਦ ਕਿਸ ਨੇ ਲਿਖੀ ਸੀ? ਤਾਂ ਕਿਤਾਬ-ਉਲ ਹਿੰਦ ਕਾਫੀ ਫੇਮਸ ਬੁੱਕ ਹੈਗੀ, ਤਾਂ ਇਹ ਲਿਖੀ ਸੀ ਅਲ-ਬਰੂਨੀ ਨੇ। ਅਲ-ਬਰੂਨੀ ਅਰਬ ਯਾਤਰੀ ਸੀਗਾ ਇੱਕ, ਤਾਂ ਇਹਨੇ ਕਿਤਾਬ ਲਿਖੀ ਸੀ ਜੀ। 81 ਦਾ ਨੰਬਰ ਦੇਖੋ ਜੀ, 81 ਨੰਬਰ ਕੁਐਸਚਨ, ਬਾਬਰ ਨੇ ਕਾਨਵਾ ਦਾ ਯੁੱਧ ਕਿਹਦੇ ਵਿਰੁੱਧ ਲੜਿਆ ਸੀ? ਕਾਨਵਾ ਦਾ ਯੁੱਧ ਕਿਹਦੇ ਵਿਰੁੱਧ ਲੜਿਆ ਸੀ? ਤਾਂ ਇਹ ਲੜਿਆ ਸੀ ਰਾਣਾ ਸਾਂਗਾ ਦੇ ਖਿਲਾਫ। ਰਾਣਾ ਸਾਂਗਾ, ਠੀਕ ਹੈ, ਰਾਣਾ ਸਾਂਗਾ ਦੇ ਖਿਲਾਫ ਲੜਿਆ ਸੀ। ਨੈਕਸਟ ਜੀ 82 ਨੰਬਰ ਦੇਖੋ, ਹਿਮਾਯੂ ਦਾ ਭਰਾ ਕੌਣ ਨਹੀਂ ਸੀ? ਤਾਂ ਉਹਦੇ ਚਾਰ ਭਾਈ ਸੀ, ਉਹ 3 ਭਰਾ ਸੀ ਉਹਦੇ। ਤਾਂ ਕਾਮਰਾਨ, ਅਸ਼ਕਰੀ, ਹਿੰਦਾਲ। ਤਾਂ ਇਹਦਾ ਆਨਸਰ ਆਊ ਜੀ ਸ਼ੇਰ ਅਫਗਾਨ, ਇਹਨਾਂ ਦਾ ਭਰਾ ਨਹੀਂ ਸੀਗਾ ਇਹ, ਹਿਮਾਯੂ ਦਾ ਭਰਾ ਨਹੀਂ ਸੀ। 82 ਦਾ ਆ ਗਿਆ ਜੀ ਡੀ ਆਨਸਰ। 83 ਦਾ ਦੇਖੋ ਜੀ, ਸ਼ੇਰ ਸ਼ਾਹ ਸੂਰੀ ਦੇ ਅਧੀਨ ਪਰਗਣਾ ਕੀ ਸੀ? ਪਰਗਣਾ ਕੀ ਸੀ ਜੀ? ਇੱਕ ਪ੍ਰਬੰਧਕ ਇਕਾਈ ਸੀ ਇਹਦੀ, ਤਾਂ ਇਹਨੇ ਆਪਣੇ ਸਾਮਰਾਜ ਨੂੰ ਪਰਗਣਿਆਂ ਦੇ ਵਿੱਚ ਵੰਡਿਆ ਸੀ। ਆਈ ਥਿੰਕ ਸ਼ਾਇਦ 63 ਪਰਗਣੇ ਸੀ ਇਹਦੇ, ਮੈਂ ਤੁਹਾਨੂੰ ਬੇਸਿਕ ਜਿਹਾ ਦੱਸ ਰਿਹਾ, ਸ਼ਾਇਦ 63 ਜਾਂ 65 ਦੇ ਕਰੀਬ ਇਹਦੇ ਪਰਗਣੇ ਸੀਗੇ। ਨੈਕਸਟ ਜੀ 84 ਨੰਬਰ, ਬੈਰਮ ਖਾਂ ਦਾ ਫਿਰਕਾ
ਤਾਂ ਬੈਰਮ ਖਾਨ ਕਿਸ ਪ੍ਰਕਾਰ ਦਾ ਮੁਸਲਮਾਨ ਸੀਗਾ, ਸਿਆਸੀ, ਸੁੰਨੀ ਸੀ ਜਾਂ ਸੂਫੀ ਸੀ? ਤਾਂ ਇਹ ਆਨਸਰ ਆਓ ਜੀ, ਇਹ ਆਨਸਰ ਸੀਆ ਮੁਸਲਮਾਨ ਸੀ ਉਹ। ਨੈਕਸਟ ਹੈ ਜੀ 85 ਨੰਬਰ ਕੁਐਸਚਨ ਦੇਖੋ, ਦੀਨ ਇਲਾਹੀ ਨਾਲ ਕੌਣ ਜੁੜਿਆ ਹੈ? ਦੀਨ ਇਲਾਹੀ ਦੀ ਸਥਾਪਨਾ ਕਿਹਨੇ ਕੀਤੀ ਸੀ? ਤਾਂ ਇਹ ਕੀਤੀ ਸੀ ਜੀ ਅਕਬਰ ਨੇ। ਤਾਂ ਇਹਦਾ ਆਨਸਰ ਆ ਗਿਆ ਜੀ ਡੀ ਆਨਸਰ। ਨੈਕਸਟ 86 ਨੰਬਰ ਕੁਐਸਚਨ ਦੇਖੋ, ਦਹਿਸ਼ਾਲਾ ਪ੍ਰਣਾਲੀ, ਦਹਿਸ਼ਾਲਾ ਮਤਲਬ 10 ਸਾਲਾ ਜਿਹੜੀ ਪ੍ਰਣਾਲੀ ਜ਼ਮੀਨ ਦੀ ਨਾਲ ਸੰਬੰਧਿਤ ਹੈ, ਠੀਕ ਹੈ। ਤਾਂ ਇਹ ਕਿਸ ਚੀਜ਼ ਨਾਲ ਸੰਬੰਧਿਤ ਸੀ ਦਹਿਸ਼ਾਲਾ ਪ੍ਰਣਾਲੀ? ਤਾਂ ਇਹ ਭੂਮੀ ਆਮਦਨ ਪ੍ਰਣਾਲੀ ਦੇ ਨਾਲ ਸੰਬੰਧਿਤ ਸੀ, ਜ਼ਮੀਨ ਨੂੰ ਜਿਹੜਾ ਠੇਕੇ ਦਿੱਤਾ ਜਾਂਦਾ ਸੀਗਾ 10 ਸਾਲਾਂ, ਠੀਕ ਹੈ ਜੀ। ਤਾਂ 86 ਦਾ ਆ ਗਿਆ ਬੀ ਆਨਸਰ। ਨੈਕਸਟ ਹੈ 87 ਨੰਬਰ ਕੁਐਸਚਨ ਦੇਖੋ, ਭੂਮੀ ਦਾ ਕਿਹੜਾ ਰੂਪ ਸਾਰਾ ਸਾਲ ਖੇਤੀ ਦੇ ਅਧੀਨ ਰਹਿੰਦਾ ਸੀ? ਭੂਮੀ ਦਾ ਕਿਹੜਾ ਰੂਪ ਜਿਹੜਾ ਸਾਰਾ ਸਾਲ ਖੇਤੀ ਅਧੀਨ ਰਹਿੰਦਾ ਸੀ? ਤਾਂ ਆਨਸਰ ਆਊਗਾ ਜੀ ਪਲਾਜ। ਇਹ ਕਾਫੀ ਉਪਜਾਊ ਜ਼ਮੀਨ ਸੀ ਪਲਾਜ, ਠੀਕ ਹੈ। ਤਾਂ ਇਹਦਾ ਆਨਸਰ ਆਊਗਾ ਜੀ 87 ਦਾ ਡੀ। ਨੈਕਸਟ ਜੀ 88 ਨੰਬਰ, ਮਨਸਬਦਾਰੀ ਪ੍ਰਣਾਲੀ ਦਾ ਹਿੱਸਾ ਕੀ ਨਹੀਂ ਸੀ? ਮਨਸਬਦਾਰੀ ਪ੍ਰਣਾਲੀ ਦਾ ਹਿੱਸਾ ਇਹਨਾਂ ਵਿੱਚੋਂ ਕੀ ਨਹੀਂ ਸੀ? ਤੇ ਇੱਥੇ ਜਤ ਨਹੀਂ ਹੈਗਾ, ਜਾਤ ਹੈ, ਚੇਰਾ ਪ੍ਰਣਾਲੀ, ਸਵਾਰ, ਠੀਕ ਹੈ। ਇਕਤਾ ਪ੍ਰਥਾ ਇਹਦੇ ਵਿੱਚ ਨਹੀਂ ਆਊਗਾ, ਇਹਦੀ ਜਿਹੜੀ ਸ਼ੁਰੂਆਤ ਕੀਤੀ ਸੀ ਇਲਤੁਤਮਿਸ਼ ਨੇ ਕੀਤੀ ਸੀ ਇਕਤਾ ਪ੍ਰਥਾ ਦੀ, ਤੇ ਇਹਦੇ ਵਿੱਚ ਸ਼ਾਮਲ ਜਿਹੜਾ ਨਹੀਂ ਸੀ। ਤਾਂ ਇਹਦਾ ਆਨਸਰ ਆਊ ਜੀ ਡੀ। ਨੈਕਸਟ 89, ਜਿਹੜੇ ਮੁਗਲਾਂ ਦੇ ਅਧੀਨ ਸੂ ਅਫਸਰ, ਜਿਹੜੇ ਇਹਨਾਂ ਦੇ ਜਿਹੜੇ ਜਸੂਸ ਹੁੰਦੇ ਸੀਗੇ, ਇਹ ਕੀ ਅਖਵਾਉਂਦੇ ਸੀ? ਠੀਕ ਹੈ। ਤਾਂ ਉਹ ਜੀ ਬਰੀਦ ਅਖਵਾਉਂਦੇ ਸੀਗੇ ਇਹ, ਠੀਕ ਹੈ। ਵਾਕਿਆ ਨਿਵਿਸਤਾ ਜਿਹੜਾ ਲਿਖਣ ਵਾਲਾ ਹੈਗਾ ਉਹ ਹੁੰਦਾ ਸੀ। ਤਾਂ ਇਹਦਾ ਆਨਸਰ ਹੋਗਾ ਜੀ ਬੀ ਆਨਸਰ। 90 ਨੰਬਰ ਕੁਐਸਚਨ ਦੇਖੋ ਜੀ, ਔਰੰਗਜ਼ੇਬ ਦੀ ਮੌਤ ਕਦੋਂ ਹੋਈ ਸੀ? ਤਾਂ ਔਰੰਗਜ਼ੇਬ ਦੀ ਮੌਤ ਹੋਈ ਸੀ 1707 ਦੇ ਵਿੱਚ, 1707 ਦੇ ਵਿੱਚ ਇਹਦੀ ਮੌਤ ਹੋਈ ਸੀ। ਨੈਕਸਟ ਹੈ ਜੀ ਨਿਜ਼ਾਮ ਉਲ ਮੁਲਕ ਜਾਂ ਆਸਫ ਸ਼ਾਹ, ਠੀਕ ਹੈ। ਆਸਫ ਸ਼ਾਹ ਇਹਨੇ ਕਿਸ ਸਟੇਟ ਦਾ ਨਿਰਮਾਣ ਕੀਤਾ ਸੀ, ਜਾਂ ਕਿਹੜਾ ਇਹਨੇ ਰਿਆਸਤ ਦੀ ਸਥਾਪਨਾ ਕੀਤੀ ਸੀ? ਤਾਂ 91 ਦਾ ਹੋਊਗਾ ਜੀ ਡੀ ਆਨਸਰ। ਹੈਦਰਾਬਾਦ ਰਿਆਸਤ ਦਾ ਨਿਜ਼ਾਮ ਸੀ ਇਹ, ਠੀਕ ਹੈ। ਇਹ ਮੁਗਲਾਂ ਦਾ ਵਜ਼ੀਰ ਵੀ ਰਿਹਾ ਹੈਗਾ, ਉਸ ਤੋਂ ਬਾਅਦ ਇਹਨੇ ਆਪਣਾ ਸੁਤੰਤਰ ਰਾਜ ਦੀ ਸਥਾਪਨਾ ਕਰ ਲਈ ਸੀ। 91 ਦਾ ਹੋਊਗਾ ਜੀ ਡੀ ਆਨਸਰ। ਨੈਕਸਟ ਹੈ ਜੀ 92 ਨੰਬਰ, ਵਾਸਕੋ ਡੀ ਗਾਮਾ ਕਦੋਂ ਭਾਰਤ ਪਹੁੰਚਿਆ ਸੀ? ਸਭ ਨੂੰ ਪਤਾ ਹੋਣਾ ਚਾਹੀਦਾ ਜੀ ਇਹ। ਤਾਂ ਇਹਦਾ ਆਨਸਰ ਆਊਗਾ ਜੀ ਸੀ ਆਨਸਰ। ਨੈਕਸਟ 93 ਨੰਬਰ, ਸਰ ਥਾਮਸ ਰੋ ਜਹਾਂਗੀਰ ਦੇ ਦਰਬਾਰ ਦੇ ਵਿੱਚ ਆਇਆ ਸੀਗਾ, ਠੀਕ ਹੈ। ਤਾਂ ਇਹ ਕਿੱਥੋਂ ਦਾ ਨਾਗਰਿਕ ਸੀਗਾ ਜੀ? ਇਹ ਇੰਗਲੈਂਡ ਦਾ ਨਾਗਰਿਕ ਸੀ। ਤਾਂ 93 ਦਾ ਹੋਊਗਾ ਜੀ ਬੀ ਆਨਸਰ। 94 ਨੰਬਰ ਕੁਐਸਚਨ ਦੇਖੋ, ਫੋਰਟ ਵਿਲੀਅਮ ਦਾ ਨਿਰਮਾਣ ਇਸ ਸ਼ਹਿਰ ਦੇ ਵਿੱਚ ਕੀਤਾ ਗਿਆ ਸੀ? ਫੋਰਟ ਵਿਲੀਅਮ ਇੱਕ ਕਿਲਾ ਸੀਗਾ, ਇਹਦਾ ਨਿਰਮਾਣ ਕੀਤਾ ਗਿਆ ਸੀਗਾ ਜੀ। ਤੇ ਇਹਦਾ ਆਨਸਰ ਆਊਗਾ ਜੀ ਡੀ ਆਨਸਰ, ਕਲਕੱਤਾ ਦੇ ਵਿੱਚ ਫੋਰਟ ਵਿਲੀਅਮ ਦਾ ਨਿਰਮਾਣ ਕੀਤਾ ਗਿਆ ਸੀ। ਨੈਕਸਟ 95 ਨੰਬਰ, ਪਲਾਸੀ ਦੇ ਯੁੱਧ ਨਾਲ ਕੌਣ ਸੰਬੰਧਿਤ ਨਹੀਂ ਸੀ? ਪਲਾਸੀ ਦੇ ਯੁੱਧ ਵਿੱਚ ਜਿਹਨੂੰ ਕਿਹੜਾ ਸੰਬੰਧਿਤ ਨਹੀਂ ਸੀਗਾ? ਤਾਂ ਹੈਦਰ ਅਲੀ ਜਿਹੜਾ ਸੀਗਾ ਜੀ ਮੈਸੂਰ ਨਾਲ ਸੰਬੰਧਿਤ ਸੀਗਾ, ਇਸ ਕਰਕੇ ਇਹਦਾ ਆਨਸਰ ਬਣ ਜੂਗੀ ਡੀ। 96 ਨੰਬਰ ਦੇਖੋ, ਕਿਹੜਾ ਇਲਾਕਾ ਦੀਵਾਨੀ ਪ੍ਰਥਾ ਦਾ ਹਿੱਸਾ ਨਹੀਂ ਸੀਗਾ? ਦੀਵਾਨੀ ਸਿਸਟਮ ਦਾ ਹਿੱਸਾ ਇਹਨਾਂ ਵਿੱਚੋਂ ਕਿਹੜਾ ਨਹੀਂ ਸੀਗਾ? ਤੇ ਇਹਦਾ ਆਨਸਰ ਆਊਗਾ ਜੀ ਏ, ਅਵਧ, ਠੀਕ ਹੈ। 96 ਦਾ ਏ। 97 ਦੇਖੋ ਜੀ, ਸਥਾਈ ਬੰਦੋਬਸਤ ਕਦੋਂ ਲਾਗੂ ਕੀਤਾ ਗਿਆ ਸੀ? ਲਾਰਡ ਕਾਰਨਵਾਲਿਸ ਨੇ ਲਾਗੂ ਕੀਤਾ ਸੀ ਇਹ। ਤਾਂ ਇਹਦਾ ਆਨਸਰ ਆਊਗਾ 1793 ਦੇ ਵਿੱਚ, ਬੀ ਆਨਸਰ ਆਊਗਾ ਇਹਦਾ। ਨੈਕਸਟ 98 ਨੰਬਰ ਦੇਖੋ, ਲਾਰਡ ਵੈਲਜ਼ਲੀ ਨੂੰ ਇਸ ਪਾਲਿਸੀ ਲਈ ਜਾਣਿਆ ਜਾਂਦਾ ਹੈ। ਤਾਂ ਲਾਰਡ ਜਿਹੜਾ ਵੈਲਜ਼ਲੀ ਸੀ, ਇਹਨੇ ਕੀ ਕੀਤਾ ਸੀ ਜੀ? ਇਹਨੇ ਇੱਕ ਸਹਾਇਕ ਸੰਧੀ ਦੀ ਸ਼ੁਰੂਆਤ ਕੀਤੀ ਸੀ, ਸਹਾਇਕ ਸੰਧੀ, ਠੀਕ ਹੈ। ਸਬਸਿਡਰੀ ਅਲਾਈਅੰਸ ਜਿਹੜਾ ਹੈਗਾ, ਤਾਂ ਸਹਾਇਕ ਸੰਧੀ ਇਹਨੇ ਸ਼ੁਰੂਆਤ ਕੀਤੀ ਸੀ, ਪਰ ਇੱਥੇ ਉਪਸੰਘੀ ਲਿਖਿਆ ਗਿਆ। ਤਾਂ ਇਹਦਾ ਆਨਸਰ ਹੋਊਗਾ ਜੀ ਸੀ ਆਨਸਰ। 98 ਦਾ ਸੀ ਆਨਸਰ ਆਊਗਾ। 99 ਨੰਬਰ ਦੇਖੋ ਜੀ, ਪੰਜਾਬ ਤੇ ਚੜ੍ਹਾਈ ਕੀਤੀ ਗਈ ਸੀ, ਜਾਂ ਪੰਜਾਬ ਨੂੰ ਜਿਹੜਾ ਸੀ ਕੈਪਚਰ ਕੀਤਾ ਗਿਆ ਸੀ, ਕਿਹਦੇ ਦੁਆਰਾ ਕੈਪਚਰ ਕੀਤਾ ਗਿਆ ਸੀ? ਤਾਂ ਇਹ ਕੀਤਾ ਗਿਆ ਸੀ ਲਾਰਡ ਡਲਹੌਜੀ ਦੁਆਰਾ, ਠੀਕ ਹੈ। 1849 ਦੇ ਵਿੱਚ ਇਹਨੇ ਪੰਜਾਬ ਦੇ ਉੱਪਰ ਅਧਿਕਾਰ ਕਰ ਲਿਆ ਸੀਗਾ, ਠੀਕ ਹੈ। ਤੇ ਇਹਦਾ ਆਨਸਰ ਹੋਊ ਜੀ ਬੀ ਆਨਸਰ। ਨੈਕਸਟ ਜੀ 100 ਨੰਬਰ ਕੁਐਸਚਨ ਦੇਖੋ, ਮੇਰਠ ਵਿਖੇ ਵਿਦਰੋਹ ਕਦੋਂ ਸ਼ੁਰੂ ਹੋਇਆ ਸੀ? ਤਾਂ ਮੇਰਠ ਦੇ ਵਿੱਚ ਜਿਹੜਾ ਵਿਦਰੋਹ ਸ਼ੁਰੂ ਹੋਇਆ ਸੀ, ਉਹਦਾ ਆਨਸਰ ਆਊਗਾ ਜੀ ਏ ਆਨਸਰ, 10 ਮਈ 1857 ਨੂੰ। ਨੈਕਸਟ ਜੀ 101 ਨੰਬਰ ਕੁਐਸਚਨ ਦੇਖੋ, ਕਿਹੜੀ ਆਰਮੀ ਨੇ 1857 ਦੇ ਵਿਸ਼ਾਲ ਵਿਦਰੋਹ ਦੀ ਜਿਹੜੀ ਤਸਦੀਕ ਕੀਤੀ ਸੀ? ਠੀਕ ਹੈ। ਤਾਂ ਇਹਦਾ ਆਨਸਰ ਹੋਊਗਾ ਜੀ ਬੰਗਾਲ ਆਰਮੀ, ਸੀ। ਹਾਂਜੀ। ਨੈਕਸਟ ਹੈ ਜੀ 102 ਨੰਬਰ ਕੁਐਸਚਨ ਦੇਖੋ, ਸਤੀ ਪ੍ਰਥਾ ਦੇ ਵਿਰੁੱਧ ਕਿਸਨੇ ਚੁਸਤੀ ਨਾਲ ਜਾਂ ਵਧੀਆ ਕੰਮ ਕੀਤਾ ਸੀ? ਤਾਂ ਇਹ ਕੀਤਾ ਸੀ ਰਾਜਾ ਰਾਮ ਮੋਹਨ ਰਾਏ ਨੇ, ਠੀਕ ਹੈ। 102 ਦਾ ਬੀ। 103 ਦਾ ਦੇਖੋ ਜੀ ਕੁਐਸਚਨ, ਦਵਿੰਦਰਨਾਥ ਟੈਗੋਰ ਨੇ ਕਿਹੜੀ ਸੰਸਥਾ ਦੀ ਸ਼ੁਰੂਆਤ ਕੀਤੀ ਸੀ? ਤਾਂ ਇਹਨਾਂ ਨੇ ਕੀਤੀ ਸੀ ਤੱਤਬੋਧਨੀ ਸਭਾ। ਤਾਂ 103 ਦਾ ਆਊਗਾ ਜੀ ਸੀ ਆਨਸਰ। 104 ਨੰਬਰ ਦਾ ਦੇਖੋ ਜੀ, ਸਵਾਮੀ ਦਇਆਨੰਦ ਨੇ ਮਤਲਬ ਕਿਹੜੀ ਪੁਸਤਕ ਲਿਖੀ ਹੈ ਇਹਨਾਂ ਵਿੱਚੋਂ? ਠੀਕ ਹੈ, ਇਹ ਆਨਸਰ ਆਣਾ ਸੀਗਾ ਆਈਡੈਂਟੀਫਾਈ ਦਾ ਵਰਕ ਆਫ ਸਵਾਮੀ ਦਇਆਨੰਦ। ਤਾਂ ਇਹਨਾਂ ਨੇ ਸਤਿਆਰਥ ਪ੍ਰਕਾਸ਼ ਨਾਂ ਦੀ ਇੱਕ ਪੁਸਤਕ ਲਿਖੀ ਸੀਗੀ, ਤਾਂ ਇਹਦਾ ਵੀ ਆ ਗਿਆ ਜੀ। ਨੈਕਸਟ ਹੈ ਜੀ 105 ਨੰਬਰ, ਅਲੀਗੜ੍ਹ ਲਹਿਰ ਦੇ ਨਾਲ ਕੌਣ ਸੰਬੰਧਿਤ ਹੈ? ਅਲੀਗੜ੍ਹ ਲਹਿਰ ਜਿਹੜੀ ਸ਼ੁਰੂਆਤ ਕੀਤੀ ਸੀਗੀ ਤਾਂ ਉਹ ਕੀਤੀ ਸਰ ਸੈਯਦ ਅਹਿਮਦ ਖਾਨ ਨੇ, ਠੀਕ ਹੈ। ਤਾਂ 105 ਦਾ ਹੋਊਗਾ ਜੀ ਏ ਆਨਸਰ। ਨੈਕਸਟ ਦੇਖੋ ਜੀ, ਡਾਕਟਰ ਬੀ ਆਰ ਅੰਬੇਦਕਰ ਕਿਸ ਖੇਤਰ ਨਾਲ ਸੰਬੰਧਿਤ ਸਨ?
ठीक है। तो ਇਹਦਾ ਆਨਸਰ ਹੋਗਾ ਜੀ ਮਹਾਰਾਸ਼ਟਰ ਦੇ ਨਾਲ ਸੰਬੰਧਿਤ ਸੀਗਾ। ਡਾਕਟਰ ਬੀ ਆਰ ਅੰਬੇਦਕਰ ਮਹਾਰਾਸ਼ਟਰ ਦੇ ਨਾਲ ਸੰਬੰਧਿਤ ਸੀਗੇ। ਨੈਕਸਟ 107 ਨੰਬਰ ਕੁਐਸਚਨ ਦੇਖੋ, ਹਫਤਾਵਾਰ ਮੂਕ ਨਾਇਕ ਦੀ ਸ਼ੁਰੂਆਤ ਕੀਤੀ ਗਈ ਸੀ, ਮੂਕ ਨਾਇਕ, ਠੀਕ ਹੈ। ਤੇ ਇਹਦਾ ਆਨਸਰ ਹੋਗਾ ਜੀ ਡੀ ਆਨਸਰ, ਡਾਕਟਰ ਬੀ ਆਰ ਅੰਬੇਦਕਰ ਦੁਆਰਾ। 108 ਨੰਬਰ ਕੁਐਸਚਨ ਦੇਖੋ ਜੀ, ਭਾਰਤੀ ਨੈਸ਼ਨਲ ਕਾਂਗਰਸ ਦਾ ਪਹਿਲਾ ਸੰਮੇਲਨ ਕਿੱਥੇ ਹੋਇਆ ਸੀ? ਤਾਂ ਇਹਦੀ ਸ਼ੁਰੂਆਤ ਹੋਈ ਸੀ ਬੰਬਈ ਦੇ ਵਿੱਚੋਂ, ਬੰਬਈ ਦੇ ਵਿੱਚ ਪਹਿਲਾ ਸੰਮੇਲਨ ਹੋਇਆ ਸੀ ਇਹਨਾਂ ਦਾ। 109 ਨੰਬਰ ਦੇਖੋ ਜੀ, ਭਾਰਤ ਵਿੱਚ ਡਰੇਨ ਥਿਊਰੀ ਕਿਹਨੇ ਦਿੱਤੀ ਸੀ? ਵੀ ਭਾਰਤ ਦਾ ਜਿਹੜਾ ਪੈਸਾ ਹੈਗਾ ਉਹ ਬਾਹਰ ਜਾ ਰਿਹਾ ਹੈਗਾ, ਤਾਂ ਦੱਸਿਆ ਸਭ ਤੋਂ ਪਹਿਲਾਂ ਦਾਦਾ ਭਾਈ ਨਰੋਜੀ ਨੇ, ਠੀਕ ਹੈ ਜੀ। ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਹਾ ਇਹਨਾਂ ਨੂੰ। 110 ਨੰਬਰ ਦਾ ਦੇਖੋ ਜੀ, ਕਾਮਾਗਾਟਾ ਮਾਰੂ ਜਿਹੜਾ ਜਹਾਜ਼ ਸੀਗਾ, ਕਿੱਥੋਂ ਦਾ ਜਹਾਜ਼ ਸੀਗਾ? ਤਾਂ ਇਹ ਸੀਗਾ ਜੀ, ਇਹ ਆਨਸਰ ਆਊਗਾ ਇਹਦਾ, ਜਾਪਾਨ ਦਾ ਜਹਾਜ਼ ਸੀ ਇਹ ਕਾਮਾਗਾਟਾ ਮਾਰੂ। 111 ਨੰਬਰ ਕੁਐਸਚਨ ਦੇਖੋ, ਗਦਰ ਲਹਿਰ ਦੇ ਨਾਲ ਇਹਨਾਂ ਵਿੱਚੋਂ ਕਿਹੜਾ ਜੁੜਿਆ ਹੈ? ਗਦਰ ਲਹਿਰ ਨਾਲ ਇਹਨਾਂ ਵਿੱਚੋਂ ਕੌਣ ਜੁੜਿਆ ਸੀ? ਤਾਂ ਇਹਨਾਂ ਵਿੱਚੋਂ ਗਦਰ ਲਹਿਰ ਨਾਲ ਜੁੜੇ ਸੀ ਜੀ ਕਰਤਾਰ ਸਿੰਘ ਸਰਾਭਾ, ਸੀ ਆਨਸਰ ਆਊਗਾ ਇਹਦਾ। ਨੈਕਸਟ ਹੈ 112 ਨੰਬਰ ਕੁਐਸਚਨ ਦੇਖੋ, ਅਪ੍ਰੈਲ 1919 ਵਿੱਚ ਪੰਜਾਬ ਦਾ ਲੈਫਟੀਨੈਂਟ ਗਵਰਨਰ ਕੌਣ ਸੀ? ਤਾਂ ਜਨਰਲ ਡਾਇਰ ਸੀਗਾ। ਦੇਖੋ ਜਨਰਲ ਡਾਇਰ ਕੌਣ ਸੀਗਾ? ਜਨਰਲ ਡਾਇਰ ਤਾਂ ਉੱਥੋਂ ਦਾ ਜਿਹੜਾ ਪੁਲਿਸ ਅਧਿਕਾਰੀ ਸੀਗਾ, ਪਰ ਲੈਫਟੀਨੈਂਟ ਗਵਰਨਰ ਕੌਣ ਸੀਗਾ? ਉਹ ਸੀਗਾ ਜੀ ਮਾਈਕਲ ਓਡਵਾਇਰ, ਮਾਈਕਲ ਓਡਵਾਇਰ, ਠੀਕ ਹੈ। ਤਾਂ 112 ਦਾ ਬੀ ਆਨਸਰ। 113 ਨੰਬਰ ਦੇਖੋ ਜੀ, ਕਿਸਨੇ ਜਲਿਆਂਵਾਲੇ ਬਾਗ ਦੇ ਨਰਸੰਹਾਰ ਨੂੰ ਪ੍ਰਤੀਕੂਲ ਅਤੇ ਸੋਚਿਆ ਵਿਚਾਰਿਆ? ਨਰਸੰਹਾਰ ਕਿਹਾ ਗਿਆ ਸੀ, ਮਤਲਬ ਸੋਚ ਸਮਝ ਕੇ ਹੋਇਆ ਸੀ। ਤਾਂ ਕਿਹਨੇ ਕਿਹਾ ਸੀ ਜੀ? ਇਹ ਕਿਹਾ ਸੀ C.F. ਐਂਡਰਿਊ ਨੇ, C.F. ਐਂਡਰਿਊ ਨੇ ਕਿਹਾ ਸੀ ਵੀ ਇਹ ਸੋਚਿਆ ਹੋਇਆ ਤੇ ਇੱਕ ਸਮਝਿਆ ਹੋਇਆ ਸੀਗਾ, ਤੇ ਪਲਾਨ ਕੀਤਾ ਗਿਆ ਸੀ ਪਹਿਲਾਂ ਇਹ। 114 ਨੰਬਰ ਦਾ ਦੇਖੋ ਜੀ, ਹੇਠਾਂ ਦਿੱਤਿਆਂ ਵਿੱਚੋਂ ਕੌਣ ਪੰਜਾਬ ਦੇ ਨਾਲ ਸੰਬੰਧ ਰੱਖਦਾ ਸੀ? ਤਾਂ ਪੰਜਾਬ ਦੇ ਨਾਲ ਕੌਣ ਸੰਬੰਧ? ਡਾਕਟਰ ਸਤਪਾਲ ਵੀ ਸੀਗੇ ਤੇ ਡਾਕਟਰ ਕਿਚਲੂ ਸੀਗੇ, ਠੀਕ ਹੈ ਜੀ। ਇਹਦੇ ਖਿਲਚੀ ਲਿਖਿਆ ਕਿਚਲੂ ਸੀਗੇ ਇਹ। ਤਾਂ ਇਹ ਆਊਗਾ ਜੀ ਏ ਤੇ ਸੀ ਦੋਨੋਂ, ਇਸ ਕਰਕੇ ਇਹਦਾ ਆਨਸਰ ਬਣ ਜਾਊਗਾ ਜੀ ਡੀ ਆਨਸਰ। 115 ਨੰਬਰ ਦੇਖੋ ਜੀ, ਅਸਹਿਯੋਗ ਅੰਦੋਲਨ ਕਦੋਂ ਸ਼ੁਰੂ ਕੀਤਾ ਗਿਆ ਸੀ? ਅਸਹਿਯੋਗ ਅੰਦੋਲਨ ਦੀ ਜਿਹੜੀ ਸ਼ੁਰੂਆਤ ਹੋਈ ਸੀ ਉਹ 1 ਅਗਸਤ 1920 ਤੇ ਹੋਈ ਸੀ, ਇਸ ਕਰਕੇ 115 ਦਾ ਆਨਸਰ ਬੀ। ਨੈਕਸਟ ਡਾਂਡੀ ਮਾਰਚ ਦਾ ਧੁਰਾ ਕੀ ਸੀ? ਡਾਂਡੀ ਮਾਰਚ ਕਿਸ ਕਰਕੇ? ਇਹਨੂੰ ਨਮਕ ਅੰਦੋਲਨ ਵੀ ਕਿਹਾ ਜਾਂਦਾ, ਇਸ ਕਰਕੇ ਇਹਦਾ ਆਨਸਰ ਡੀ ਆਊਗਾ। ਭਾਰਤ ਛੱਡੋ ਜਿਹੜਾ ਮਤਾ ਸੀ ਕਦੋਂ ਪਾਸ ਕੀਤਾ ਗਿਆ ਸੀ? ਭਾਰਤ ਛੱਡੋ ਮਤਾ ਪਾਸ ਕੀਤਾ ਗਿਆ ਸੀਗਾ, ਇਹ ਕੀਤਾ ਗਿਆ ਸੀ 8 ਅਗਸਤ 1942 ਨੂੰ ਜੀ, ਤਾਂ ਇਹ ਆਊਗਾ ਬੀ ਏ ਆਨਸਰ। 118 ਦੇਖੋ ਜੀ, INA ਕੈਦੀਆਂ ਦੇ ਜਿਹੜੇ ਸਾਡੀ ਇੰਡੀਅਨ ਨੈਸ਼ਨਲ ਸ਼ਾਇਦ ਆਰਮੀ ਸੀ ਇਹ, ਠੀਕ ਹੈ, ਤੇ INA, ਤਾਂ ਇਹਦੇ ਜਿਹੜੇ ਕੈਦੀ ਸੀਗੇ ਇਹਦੇ ਬਚਾਅ ਦੇ ਵਿੱਚ ਕਿਹੜੇ ਕਿਹੜੇ ਵਿਅਕਤੀ ਆਏ ਸੀ? ਤਾਂ ਭੁੱਲਾ ਭਾਈ ਦੇਸਾਈ, ਜਵਾਹਰ ਲਾਲ ਨਹਿਰੂ ਤੇ TP ਸਪਰੂ ਜਿਹੜੇ ਆਏ ਸੀ, ਤਾਂ ਇਹ ਸਾਰੇ ਆਏ ਸੀ ਜੀ, ਇਹਨਾਂ ਦੇ ਲਾਲ ਕਿਲ੍ਹੇ ਦੇ ਉੱਪਰ ਸੁਣਵਾਈ ਹੋਈ ਸੀਗੀ। ਤਾਂ 118 ਦਾ ਡੀ ਆਨਸਰ। ਇੱਕ 119 ਦੇਖੋ ਜੀ, ਭਾਰਤ ਵਿੱਚ ਆਰਜੀ ਸਰਕਾਰ ਦਾ ਮੁਖੀ ਕੌਣ ਸੀ? ਜਿਹੜੀ 1946 ਦੇ ਵਿੱਚ ਆਰਜੀ ਸਰਕਾਰ ਸਥਾਪਿਤ ਕੀਤੀ ਗਈ ਸੀ, ਇਹਦਾ ਮੁਖੀ ਕੌਣ ਸੀਗਾ? ਤੇ ਇਹਦਾ ਮੁਖੀ ਸੀ ਜੀ ਜਵਾਹਰ ਲਾਲ ਨਹਿਰੂ। 119 ਦਾ ਏ ਆਨਸਰ। 120 ਦਾ ਦੇਖੋ ਜੀ, ਭਾਰਤ ਵਿੱਚ ਲਾਰਡ ਵੇਵਲ ਤੋਂ ਬਾਅਦ ਜਿਹੜਾ ਵਾਇਸਰਾਏ ਬਣਿਆ ਸੀ ਤਾਂ ਕੌਣ ਬਣਿਆ ਸੀ? ਤਾਂ ਲਾਰਡ ਵੇਵਲ ਤੋਂ ਬਾਅਦ ਆਇਆ ਸੀ ਜੀ ਲਾਰਡ ਮਾਊਂਟਬੇਟਨ, ਤਾਂ ਬੀ ਆਨਸਰ ਆਊਗਾ ਇਹਦਾ। 121 ਦਾ ਦੇਖੋ ਜੀ, ਪਾਕਿਸਤਾਨ ਹੋਂਦ ਦੇ ਵਿੱਚ ਆਇਆ ਸੀ, ਕਦੋਂ ਆਇਆ ਸੀ? ਤਾਂ ਇਹ ਆਇਆ ਸੀ 14 ਅਗਸਤ 1947 ਨੂੰ, ਪਾਕਿਸਤਾਨ ਜਿਹੜਾ ਸੀ ਹੋਂਦ ਦੇ ਵਿੱਚ ਆਇਆ ਸੀ। ਨੈਕਸਟ 122 ਨੰਬਰ ਕੁਐਸਚਨ ਦੇਖੋ, ਸੁਤੰਤਰਤਾ ਦੇ ਸਮੇਂ ਮਹਾਤਮਾ ਗਾਂਧੀ ਕਿੱਥੇ ਸੀਗੇ? ਤਾਂ ਸੁਤੰਤਰਤਾ ਸਮੇਂ ਮਹਾਤਮਾ ਗਾਂਧੀ ਕਿੱਥੇ ਸੀਗੇ ਜੀ? ਮਹਾਤਮਾ ਗਾਂਧੀ ਕਲਕੱਤਾ ਦੇ ਵਿੱਚ ਸੀਗੇ, ਤਾਂ ਇਹਦਾ ਆਨਸਰ ਆਊਗਾ ਜੀ ਸੀ ਆਨਸਰ। ਨੈਕਸਟ ਹੈ ਜੀ 123 ਨੰਬਰ ਕੁਐਸਚਨ ਦੇਖੋ, ਭਾਰਤੀ ਨੈਸ਼ਨਲ ਕਾਂਗਰਸ ਨੇ 7 ਅਗਸਤ 1947 ਨੂੰ ਸੱਤਿਆਗ੍ਰਹਿ ਦੀ ਜਿਹੜੀ ਮੁਹਿੰਮ ਸੀ ਇਹ ਕਿੱਥੇ ਚਲਾਈ ਸੀ? ਤਾਂ ਸੱਤਿਆਗ੍ਰਹਿ ਦੀ ਮੁਹਿੰਮ ਇਹਨੇ ਚਲਾਈ ਸੀ ਜੀ ਹੈਦਰਾਬਾਦ ਦੇ ਵਿੱਚ, ਇਹ ਆਨਸਰ ਆਊਗਾ 123 ਦਾ ਇਹ ਆਨਸਰ। ਨੈਕਸਟ ਜੀ VP ਮੈਨਨ ਨੇ ਕਾਫੀ ਵੱਡਾ ਯੋਗਦਾਨ ਪਾਇਆ ਸੀਗਾ ਬਾਅਦ ਦੇ ਵਿੱਚ ਰਿਆਸਤਾਂ ਨੂੰ ਮਤਲਬ ਇਕੱਠਾ ਕਰਨ ਦੇ ਵਿੱਚ ਵੀ, ਠੀਕ ਹੈ। ਤਾਂ ਇਹ ਕਿਹਦੇ ਸਕੱਤਰ ਸੀਗੇ ਜੀ? ਇਹ ਸਰਦਾਰ ਵੱਲਭ ਭਾਈ ਪਟੇਲ ਦੇ ਸੈਕਟਰੀ ਸੀਗੇ, ਸਕੱਤਰ ਸੀਗੇ। 124 ਦਾ ਆਊਗਾ ਜੀ ਬੀ ਆਨਸਰ। ਨੈਕਸਟ ਜੀ 125 ਨੰਬਰ ਕੁਐਸਚਨ ਦੇਖੋ, ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ਸੀ? ਸਭ ਨੂੰ ਪਤਾ ਸਿੰਪਲ ਕੁਐਸਚਨ ਹੈ, ਡੀ ਆਨਸਰ ਆਊਗਾ ਜੀ ਇਹਦਾ। 126 ਦੇਖੋ ਜੀ, ਪੁਨਰ ਉਤਪਤੀ ਸਭ ਤੋਂ ਪਹਿਲਾਂ ਕਿੱਥੇ ਸ਼ੁਰੂਆਤ ਹੋਈ ਸੀ? ਇਹ ਵਰਲਡ ਹਿਸਟਰੀ ਦੇ ਵਿੱਚੋਂ ਆ ਗਿਆ। ਤਾਂ ਰੈਨੇਸੈਂਸ ਕਦੋਂ ਸਭ ਤੋਂ ਪੁਨਰ ਜਿਹੜਾ ਜਾਗਰਣ ਕਿੱਥੇ ਸਟਾਰਟ ਹੋਇਆ ਸੀ? ਤਾਂ ਇਹ ਹੋਇਆ ਸੀ ਜੀ ਇਟਲੀ ਦੇ ਵਿੱਚ, ਡੀ ਆਨਸਰ। ਨੈਕਸਟ ਜੀ ਮੋਨਾਲਿਸਾ 127 ਨੰਬਰ, ਮੋਨਾਲਿਸਾ ਦੁਆਰਾ ਕਿਸ ਨੂੰ ਯਾਦ ਕੀਤਾ ਜਾਂਦਾ ਹੈ? ਤਾਂ ਲਿਨਾਰਡੋ ਦੀ ਵਿੰਚੀ ਨੇ ਮੋਨਾਲਿਸਾ ਨਾਂ ਦੀ ਇੱਕ ਪੇਂਟਿੰਗ ਜਿਹੜੀ ਤਿਆਰ ਕੀਤੀ ਸੀ, 127 ਦਾ ਬੀ ਆਨਸਰ। 128 ਨੰਬਰ ਦੇਖੋ ਜੀ, ਪੁਨਰ ਗਠਨ ਦੇ ਨਾਲ ਜਾਂ ਪੁਨਰ ਜਾਗਰਣ ਦੇ ਨਾਲ ਇਹਨਾਂ ਵਿੱਚੋਂ ਕਿਹੜਾ ਜੁੜਿਆ ਹੋਇਆ ਹੈ? ਤਾਂ ਇਹਨਾਂ ਵਿੱਚੋਂ ਤਿੰਨਾਂ ਚੋਂ ਕੋਈ ਨਹੀਂ ਜੁੜਿਆ, A, B ਤੇ C ਦੇ ਵਿੱਚੋਂ। ਤਾਂ ਮਾਰਟਿਨ ਲੂਥਰ ਕਿੰਗ ਜੁੜੇ ਹੋਏ ਨੇ, ਜਿਨ੍ਹਾਂ ਨੇ ਪ੍ਰੋਟੈਸਟੈਂਟ ਇੱਕ ਗਰੁੱਪ ਬਣਾ ਕੇ ਇਹਦਾ ਵਿਰੋਧ ਕੀਤਾ ਸੀਗਾ। ਨੈਕਸਟ ਹੈ ਜੀ 129 ਨੰਬਰ ਦੇਖੋ ਜੀ, ਪੋਪ ਜਿਹੜਾ ਕਿਹੜੀ ਚਰਚ ਦੇ ਨਾਲ ਸੰਬੰਧਿਤ ਹੈ? ਤਾਂ ਇਹ ਕੈਥੋਲਿਕ ਚਰਚ ਨਾਲ ਸੰਬੰਧਿਤ ਸੀਗਾ ਜੀ, ਪ੍ਰੋਟੈਸਟੈਂਟ ਨਾਲ ਨਹੀਂ ਸੀਗੇ, ਤਾਂ ਇਹਦਾ ਆਨਸਰ ਹੋਊਗਾ ਜੀ ਏ ਆਨਸਰ। ਨੈਕਸਟ ਹੈ 130 ਨੰਬਰ ਕੁਐਸਚਨ ਦੇਖੋ, ਫ੍ਰੈਂਚ ਅੰਦੋਲਨ ਸਮੇਂ ਫਰਾਂਸ ਤੇ ਕੌਣ ਰਾਜ ਕਰਦਾ ਸੀ?
ਤਾਂ ਫਰਾਂਸ ਤੇ ਰਾਜ ਕਰਦਾ ਸੀ ਲੂਇਸ 16ਵਾਂ ਜੀ, ਲੂਇਸ 16ਵਾਂ। ਤਾਂ ਆਨਸਰ ਆਊਗਾ ਜੀ ਸੀ। ਨੈਕਸਟ ਹੈ ਜੀ 131 ਨੰਬਰ ਕੁਐਸਚਨ ਦੇਖੋ, ਟੈਨਿਸ ਕੋਰਟ ਸੌ ਸੰਬੰਧਿਤ ਹੈ। ਟੈਨਿਸ ਕੋਰਟ ਸੌ ਕਿਹਦੇ ਨਾਲ ਸੰਬੰਧਿਤ ਹੈ? ਤੇ ਸੰਬੰਧਿਤ ਹੈ ਜੀ ਏ ਨੈਸ਼ਨਲ ਅਸੈਂਬਲੀ ਨਾਲ। ਠੀਕ ਹੈ। ਨੈਕਸਟ ਹੈ 132 ਨੰਬਰ ਕੁਐਸਚਨ ਦੇਖੋ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਫ੍ਰੈਂਚ ਅੰਦੋਲਨ ਨਾਲ ਸੰਬੰਧਿਤ ਹੈ ਜਾਂ ਗੁੱਟ ਸੰਬੰਧਿਤ ਹੈ? ਤਾਂ ਕਿਹੜੇ ਸ਼ਹਿਰ ਦਾ ਸੰਬੰਧ ਸੀਗਾ ਜੀ ਇਹਦੇ ਨਾਲ? ਤਾਂ ਬੈਸਟਿਲ ਦੇ ਨਾਲ ਸੰਬੰਧਿਤ ਸੀਗਾ ਜੀ ਫ੍ਰੈਂਚ ਅੰਦੋਲਨ ਦਾ। ਠੀਕ ਹੈ ਜੀ, ਬੈਸਟਿਲ ਨਾਲ। ਨੈਕਸਟ ਹੈ ਜੀ ਦਹਿਸ਼ਤ ਦੀ ਪ੍ਰਭੂਸੱਤਾ ਦੇ ਦੌਰਾਨ ਜਿਹੜਾ ਪ੍ਰਮੁੱਖ ਸੀ, ਹੈੱਡ ਸੀਗਾ ਕੌਣ ਸੀ? 133 ਨੰਬਰ ਦੇ ਵਿੱਚ ਦਹਿਸ਼ਤ ਦੀ ਪ੍ਰਭੂਸੱਤਾ ਦੇ ਦੌਰਾਨ ਕੌਣ ਜਿਹੜਾ ਹੈੱਡ ਸੀਗਾ? ਤਾਂ ਹੈੱਡ ਸੀ ਜੀ ਰੋਬਸਪੇਅਰ। ਤਾਂ ਆਨਸਰ ਆਊਗਾ ਜੀ ਏ। 134 ਦੇਖੋ ਜੀ, ਨੈਪੋਲੀਅਨ ਬੋਨਾਪਾਰਟ ਨੇ ਕਿੱਥੇ ਜਿਹੜੀ ਸੀ ਆਪਣੀ ਮਹੱਤਵ ਪ੍ਰਾਪਤ ਕੀਤਾ ਸੀ, ਜਾਂ ਉਹਦੀ ਕਿੱਥੇ ਉਹਨੇ ਕਹਿ ਲਓ ਬਹੁਮਤ ਪ੍ਰਾਪਤ ਕੀਤਾ ਸੀ, ਕਿੱਥੇ ਇਹਦੀ ਇੰਪੋਰਟੈਂਸ ਜਿਹੜੀ ਪ੍ਰਾਪਤ ਹੋਈ ਸੀ? ਤੇ ਇਹਦਾ ਆਨਸਰ ਆਊਗਾ ਜੀ ਡੀ, ਦੀ ਡਾਇਰੈਕਟਰੀ ਦੇ ਵਿੱਚ। ਠੀਕ ਹੈ, ਫਰਾਂਸ ਦੇ ਵਿੱਚ। ਨੈਕਸਟ 135 ਇੱਕ ਸੀ ਗਿਲੋਟਿਨ। ਗਿਲੋਟਿਨ ਕਿਸ ਚੀਜ਼ ਲਈ ਜਾਣਿਆ ਜਾਂਦਾ ਸੀ? ਗਿਲੋਟਿਨ ਇੱਕ ਪ੍ਰਕਾਰ ਦਾ ਯੰਤਰ ਸੀਗਾ ਜਿਹਦੇ ਦੁਆਰਾ ਫਾਂਸੀ ਦਿੱਤੀ ਜਾਂਦੀ ਸੀ ਉਹਨੂੰ, ਉਹਦੇ ਉੱਪਰ ਟਿਕਾ ਕੇ ਵਿਅਕਤੀ ਨੂੰ, ਉਹ ਇੱਕ ਤਲਵਾਰ ਦੀ ਤਰ੍ਹਾਂ ਉੱਪਰ ਡਿੱਗਦਾ ਸੀ ਤੇ ਵਿਅਕਤੀ ਦੀ ਜਿਹੜੀ ਗਰਦਨ ਸੀ ਉਹ ਕਲਮ ਕਰ ਦਿੱਤੀ ਜਾਂਦੀ ਸੀ, ਤਾਂ ਕੀ ਸੀ? ਫਾਂਸੀ ਸੀ। ਨੈਕਸਟ ਹੈ ਜੀ ਮੈਰੀ ਐਂਟੋਨੀਓ ਕੌਣ ਸੀਗੀ? ਮੈਰੀ ਐਂਟੋਨੀਓ ਉਸ ਟਾਈਮ ਰਾਣੀ ਸੀਗੀ, ਠੀਕ ਹੈ, ਫਰਾਂਸ ਦੀ। ਤੇ ਕੌਣ ਸੀ ਜੀ? ਸੀ ਆਨਸਰ ਆਊਗਾ 136 ਦਾ ਸੀ। 137 ਨੰਬਰ ਦੇਖੋ ਜੀ, ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਕਿਹੜੇ ਦੇਸ਼ ਦੇ ਵਿੱਚ ਮੰਨੀ ਜਾਂਦੀ ਹੈ? ਤਾਂ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਮੰਨੀ ਜਾਂਦੀ ਹੈ 18ਵੀਂ ਸਦੀ ਦੇ ਵਿੱਚ। ਸਭ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ ਹੋਈ ਸੀ ਸ਼ੁਰੂਆਤ ਇਹ, ਜਿਸ ਤੋਂ ਫਿਰ ਆਇਰਲੈਂਡ ਦੇ ਵਿੱਚ ਸ਼ਾਇਦ ਇਸ ਤੋਂ ਬਾਅਦ ਸ਼ਾਇਦ ਇਸ ਆਇਰਲੈਂਡ ਦੇ ਵਿੱਚ ਹੋਈ ਹੈ। ਠੀਕ ਹੈ, ਆਇਰਲੈਂਡ ਜਾਂ ਸ਼ਾਇਦ ਬੈਲਜੀਅਮ ਦੇ ਵਿੱਚ ਹੋਈ ਹੈ ਇਹਦੀ। ਚਲੋ ਆਪਾਂ ਉਹ ਜਦੋਂ ਵਰਲਡ ਹਿਸਟਰੀ ਕਰਾਂਗੇ ਤਾਂ ਆਪਾਂ, ਠੀਕ ਹੈ, ਉਹਦੇ ਵਿੱਚ ਡਿਟੇਲ ਦੀ ਗੱਲ ਕਰਾਂਗੇ। ਤਾਂ 137 ਦਾ ਹੋਊ ਜੀ ਇਹ ਆਨਸਰ। 137 ਨੰਬਰ ਦੇਖੋ ਜੀ, ਮਸ਼ੀਨਰੀ ਨੂੰ ਭਾਫ ਪ੍ਰਦਾਨ ਕਰਨ ਦੇ ਪ੍ਰਯੋਗ ਨਾਲ ਕੌਣ ਜੁੜਿਆ ਹੈ? ਠੀਕ ਹੈ, ਭਾਫ ਦਾ ਜਿਹੜਾ ਇੰਜਨ ਸਥਾਪਿਤ ਕੀਤਾ ਸੀ ਤਾਂ ਉਹ ਕੀਤਾ ਸੀ ਸੀ ਆਨਸਰ ਆਊਗਾ 138 ਦਾ ਜੇਮਸ ਵਾਟ। ਠੀਕ ਹੈ। ਨੈਕਸਟ ਹੈ ਜੀ 139 ਨੰਬਰ, ਰੇਲਵੇ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਿੱਥੇ ਹੋਈ ਹੈ, ਕਿਹੜੇ ਦੇਸ਼ 'ਚ ਹੋਈ ਸੀ? ਤਾਂ ਰੇਲਵੇ ਜਿਹੜੀ ਸ਼ੁਰੂਆਤ ਹੋਈ ਹੈ ਉਹ ਇੰਗਲੈਂਡ ਦੇ ਵਿੱਚ ਹੋਈ ਸੀ ਜੀ। ਠੀਕ ਹੈ। ਨੈਕਸਟ 140 ਨੰਬਰ ਕੁਐਸਚਨ ਦੇਖੋ, ਮੌਨਚੈਸਟਰ ਸ਼ਹਿਰ ਇਸ ਦੇ ਕੇਂਦਰ ਦੇ ਤੌਰ ਤੇ ਉੱਭਰਿਆ ਹੈ। ਮੌਨਚੈਸਟਰ ਸ਼ਹਿਰ ਜਿਹੜਾ ਹੈਗਾ, ਜਿਵੇਂ ਭਾਰਤ ਦਾ ਮੌਨਚੈਸਟਰ, ਜਿਵੇਂ ਇੱਥੇ ਸੂਤੀ ਕੱਪੜੇ ਦਾ ਉਦਯੋਗ ਹੈ, ਕਾਫੀ ਵੱਡੇ ਉਦਯੋਗ ਨੇ ਇੱਥੇ, ਤਾਂ ਇਹਦਾ ਆਨਸਰ ਹੋ ਜੀ ਡੀ ਆਨਸਰ। ਨੈਕਸਟ 141 ਨੰਬਰ ਕੁਐਸਚਨ ਦੇਖੋ, ਕਾਰਲ ਮਾਰਕਸ ਨੂੰ ਉਸਦੇ ਕੰਮ ਲਈ ਜਾਣਿਆ ਜਾਂਦਾ ਹੈ। ਕਿਸ ਕੰਮ ਲਈ ਜਾਣਿਆ ਜਾਂਦਾ? ਉਹਨੇ ਇੱਕ ਪੁਸਤਕ ਲਿਖੀ ਸੀ ਦਾਸ ਕੈਪੀਟਲ। ਦਾਸ ਕੈਪੀਟਲ। ਠੀਕ ਹੈ, ਇੱਥੇ ਦੀ ਕੈਪੀਟਲ ਲਿਖਿਆ। ਇੱਕ ਕੁਐਸਚਨ ਇਸ ਵਾਰ ਵੀ ਮਾਸਟਰ ਕੇਡਰ ਦੇ ਵਿੱਚ ਆਇਆ ਸੀਗਾ, ਤਾਂ ਇਹਦਾ ਆਨਸਰ ਆਊਗਾ ਜੀ ਏ। 142 ਨੰਬਰ ਕੁਐਸਚਨ ਦੇਖੋ, ਹੇਠਾਂ ਦਿੱਤਿਆਂ ਵਿੱਚੋਂ ਕਿਸਨੇ ਸੁਹਿਰਦ ਸੰਧੀ ਨੂੰ ਅਪਣਾਇਆ ਸੀ? ਹੇਠਾਂ ਦਿੱਤਿਆਂ ਵਿੱਚੋਂ ਕਿਸਨੇ ਸੁਹਿਰਦ ਸੰਧੀ ਨੂੰ ਅਪਣਾਇਆ ਸੀ? ਠੀਕ ਹੈ ਜੀ, ਤਾਂ ਇਹਦਾ ਆਨਸਰ ਆਊਗਾ ਜੀ, ਤਾਂ ਇਹਦਾ ਆਨਸਰ ਆਊਗਾ ਡੀ ਆਨਸਰ, ਐਂਗਲੋ ਫ੍ਰੈਂਚ। ਅੰਗਰੇਜ਼ਾਂ ਨੇ ਤੇ ਫਰਾਂਸ ਨੇ ਇਹਨੂੰ ਅਪਣਾਇਆ ਸੀ ਸੁਹਿਰਦ ਸੰਧੀ ਨੂੰ। ਨੈਕਸਟ ਹੈ ਜੀ ਆਰਕਡਿਕ ਫਰਦੀਨੰਦ ਕਿਹਦੇ ਨਾਲ ਸੰਬੰਧੀ ਸੀ? ਠੀਕ ਹੈ, ਤੇ ਇਹਦੀ ਹੱਤਿਆ ਹੋ ਗਈ ਸੀ ਬਾਅਦ ਦੇ ਵਿੱਚ, ਤਾਂ ਇਹ ਆਊਗਾ ਜੀ ਏ ਆਨਸਰ 143 ਦਾ ਏ ਆਨਸਰ। ਨੈਕਸਟ ਹੈ 144 ਨੰਬਰ ਕੁਐਸਚਨ ਦੇਖੋ, ਅਮਰੀਕਾ ਪਹਿਲੇ ਵਿਸ਼ਵ ਯੁੱਧ ਵਿੱਚ ਕਦੋਂ ਸ਼ਾਮਲ ਹੋਇਆ ਸੀ? ਤਾਂ ਅਮਰੀਕਾ ਕਦੋਂ ਸ਼ਾਮਲ ਹੋਇਆ ਸੀ? 1917 ਦੇ ਵਿੱਚ ਜਾ ਕੇ ਅਮਰੀਕਾ ਫਸਟ ਵਰਲਡ ਵਾਰ ਦੇ ਵਿੱਚ ਸ਼ਾਮਲ ਹੋਇਆ ਸੀ। ਇਹ ਪਹਿਲੇ ਵਿਸ਼ਵ ਯੁੱਧ ਵਿੱਚ ਵੀ ਲੇਟ ਸ਼ਾਮਲ ਹੋਇਆ ਤੇ ਦੂਜੇ ਵਿਸ਼ਵ ਯੁੱਧ ਵਿੱਚ ਵੀ ਲੇਟ ਸ਼ਾਮਲ ਹੋਇਆ ਸੀਗਾ। ਨੈਕਸਟ ਹੈ ਜੀ 145 ਨੰਬਰ ਕੁਐਸਚਨ ਦੇਖੋ, 1917 ਵਿੱਚ ਕਿਸ ਦੇਸ਼ ਨੇ ਅੰਦੋਲਨ ਦਾ ਅਨੁਭਵ ਕੀਤਾ ਸੀ ਜਾਂ ਰੈਵੋਲੂਸ਼ਨ ਜਿਹੜੀ ਆਈ ਸੀ? ਠੀਕ ਹੈ, ਰੂਸ ਦੀ ਕ੍ਰਾਂਤੀ, ਜਿਹਨੂੰ ਬੋਲਸ਼ੇਵਿਕ ਕ੍ਰਾਂਤੀ ਬੋਲਦੇ ਆ, ਤਾਂ ਇਹ ਆਊਗਾ ਜੀ ਬੀ ਆਨਸਰ 145 ਦਾ ਬੀ। 146 ਨੰਬਰ ਕੁਐਸਚਨ ਦੇਖੋ ਜੀ, ਪਹਿਲੇ ਵਿਸ਼ਵ ਯੁੱਧ ਦੇ ਸਮੇਂ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ? ਤਾਂ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਸੀ ਉਹ ਸੀ ਵੁਡਰੋ ਵਿਲਸਨ। ਵੁਡਰੋ ਵਿਲਸਨ, ਤਾਂ ਇਹਦਾ ਆਨਸਰ ਆਊਗਾ ਸੀ ਆਨਸਰ 146 ਦਾ ਸੀ। ਨੈਕਸਟ ਹੈ ਜੀ 147 ਨੰਬਰ ਕੁਐਸਚਨ, ਮੀਨ ਕੈਂਫ ਇੱਕ ਬੁੱਕ ਹੈਗੀ ਮੀਨ ਕੈਂਫ, ਤਾਂ ਇਹਦਾ ਲੇਖਕ ਕੌਣ ਹੈ ਜੀ? ਇਹ ਜੀਵਨੀ ਹੈ, ਕਿਹਦੀ ਜੀਵਨੀ ਹੈ? ਇਹ ਅਡੋਲਫ ਹਿਟਲਰ ਦੀ ਜੀਵਨੀ ਹੈ। ਇਸ ਵਾਰ ਵੀ ਮਾਸਟਰ ਕੇਡਰ ਦੇ ਕੁਐਸਚਨ ਦੇ ਵਿੱਚ ਇਹ ਕੁਐਸਚਨ ਆਇਆ ਹੋਇਆ ਹੈ। ਠੀਕ ਹੈ ਜੀ, 147 ਦਾ ਆਊਗਾ ਜੀ ਏ। ਨੈਕਸਟ ਹੈ ਜੀ 148 ਨੰਬਰ ਕੁਐਸਚਨ ਦੇਖੋ, ਦੂਸਰਾ ਵਿਸ਼ਵ ਯੁੱਧ ਕਦੋਂ ਸ਼ੁਰੂ ਹੋਇਆ ਸੀ? ਤਾਂ ਸਭ ਨੂੰ ਪਤਾ ਹੈ ਜੀ 1939 ਦੇ ਵਿੱਚ ਸੈਕੰਡ ਵਰਲਡ ਵਾਰ ਜਿਹੜਾ ਸੀ ਇਹ ਸ਼ੁਰੂ ਹੋ ਗਿਆ ਸੀਗਾ ਤੇ 1945 ਤੱਕ ਇਹ ਰਿਹਾ ਹੈ। ਨੈਕਸਟ ਹੈ ਜੀ 149 ਨੰਬਰ ਕੁਐਸਚਨ ਦੇਖੋ, ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ? ਸੈਕੰਡ ਵਰਲਡ ਵਾਰ ਦੇ ਦੌਰਾਨ ਪਹਿਲੇ ਵਿਸ਼ਵ ਯੁੱਧ ਪੁੱਛਿਆ ਹੈਗਾ, ਤਾਂ ਸੀ ਜੀ ਫਰੈਂਕਲਿਨ ਡੀ ਰੂਜ਼ਵੈਲਟ, ਤਾਂ ਇਹਦਾ ਆਨਸਰ ਹੋਊਗਾ ਜੀ ਸੀ 149 ਦਾ ਸੀ। 150 ਦਾ ਦੇਖੋ ਜੀ, ਦੂਸਰੇ ਵਿਸ਼ਵ ਯੁੱਧ ਦੌਰਾਨ ਕਿਸ ਦੇਸ਼ ਨੇ ਪਰਲ ਹਾਰਬਰ ਤੇ ਹਮਲਾ ਕੀਤਾ ਸੀ? ਪਰਲ ਹਾਰਬਰ ਬੰਦਰਗਾਹ ਸੀਗੀ, ਇਹਦੇ ਉੱਪਰ ਹਮਲਾ ਕਿਹਨੇ ਕੀਤਾ ਸੀ? ਜਾਪਾਨ ਨੇ ਹਮਲਾ ਕੀਤਾ ਸੀ। ਇਹਦੇ ਹਮਲੇ ਤੋਂ ਬਾਅਦ ਫਿਰ ਜਿਹੜਾ ਸੀ USA ਸੈਕੰਡ ਵਰਲਡ ਵਾਰ ਦੇ ਵਿੱਚ ਸ਼ਾਮਲ ਹੋ ਗਿਆ ਸੀ। ਠੀਕ ਹੈ ਜੀ, ਤਾਂ ਇਹ ਸੀ ਤੁਹਾਡੇ ਹਿਸਟਰੀ ਦੇ ਕੁਐਸਚਨ। ਠੀਕ ਹੈ, ਆਪਾਂ ਇੱਕ ਕਲਾਸ ਦੇ ਵਿੱਚ ਹੀ
150 ਕੁਐਸਚਨ ਜਿਹੜੇ ਕਰ ਲਏ ਜੀ ਇਹ, ਠੀਕ ਹੈ। ਆਈ ਹੋਪ ਕਿ ਤੁਹਾਡੀ ਕਾਫੀ ਹੈਲਪ ਕਰਨਗੇ ਅੱਗੇ ਕੁਐਸਚਨ ਨੂੰ ਸਮਝਣ ਦੇ ਵਿੱਚ, ਕੁਐਸਚਨ ਪੈਟਰਨ ਨੂੰ ਸਮਝਣ ਦੇ ਵਿੱਚ ਵੀ, ਤੇ ਅੱਗੇ ਜਿਹੜੇ ਪੇਪਰ ਆਉਣੇ ਨੇ ਉਹਦੇ ਵਿੱਚ ਕਾਫੀ ਹੈਲਪ ਕਰਨਗੇ ਇਹ। ਤੇ ਆਈ ਹੋਪ ਕਿ ਤੁਹਾਨੂੰ ਵੀਡੀਓ ਸਾਡੀ ਪਸੰਦ ਆਈ ਹੋਊਗੀ। ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ। ਜੇ ਤੁਸੀਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਦਿਓ, ਤੇ ਕਮੈਂਟ ਕਰਕੇ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੈ ਜਾਂ ਨਹੀਂ ਪਸੰਦ ਆਈ ਹੈਗੀ। ਤੇ ਜੇ ਤੁਹਾਨੂੰ ਇਹ ਇਸ ਕੁਐਸਚਨ ਦੀ PDF ਫਾਈਲ ਚਾਹੀਦੀ ਹੈ ਤਾਂ ਮੈਂ ਤੁਹਾਨੂੰ ਉੱਪਰ ਨੰਬਰ ਲਿਖ ਕੇ ਦੇ ਚੁੱਕਿਆ ਪਹਿਲਾਂ, ਠੀਕ ਹੈ, ਲਾਸਟ ਸਟਾਰਟਿੰਗ ਦੇ ਵਿੱਚ। ਤਾਂ ਤੁਸੀਂ ਮੈਨੂੰ WhatsApp ਵੀ ਕਰ ਸਕਦੇ ਹੋ, ਮੈਂ ਤੁਹਾਨੂੰ ਇਹ ਜਿਹੜੀ PDF ਫਾਈਲ ਹੈ ਮੈਂ ਤੁਹਾਨੂੰ ਇਹ ਸੈਂਡ ਕਰ ਦੂੰਗਾ, ਠੀਕ ਹੈ ਜੀ। ਕਲੀਅਰ, ਥੈਂਕ ਯੂ।